हम संतन की जी, संतन की शरणा जी, हम संतन की शरणा जी, संतन की शरणा जी, संतन की शरणा जी। संतन की शरणा जी, संतन की शरणा जी, हम संतन की शरणा जी। संतन की शरणा जी, हम संतन की शरणा जी, संतन की शरणा जी, शरणा जी। हम संतन की ऋण प्यारे, हम संतन की शरणा जी, हम संतन की ऋण प्यारे, हम संतन की शरणा जी, संतन की ऋण प्यारे।
ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਪਾਸ ਬੇਨੰਤੀਆਂ, ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੋਂ, ਸੰਤਾਂ ਕੀ ਓਟ ਤੋਂ। ਸੱਚਾ ਸਿਰਜਨਹਾਰਾ। ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ। ਸੱਚ ਤੇਰੇ ਖਾਜੀਨਿਆ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰ ਸਾਰਾ। ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ। ਐਸੀ ਕਿਰਪਾ ਕਰ ਦਿਓ ਜੀ, ਮੈਂ ਤੇਰੇ ਹੀ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਜੀ, ਮੈਂ ਵਾਹਿਗੁਰੂ ਵਾਹਿਗੁਰੂ ਗਾਵਾਂ। ਐਸੀ ਕਿਰਪਾ ਕਰ ਦਿਓ, ਤੇਰੇ ਹੀ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਜੀ, ਮੈਂ ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ ਜੀ, ਮੈਂ ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ, ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ, ਵਾਹਿਗੁਰੂ ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ, ਵਾਹਿਗੁਰੂ ਤੇਰੇ ਹੀ ਗੁਣ ਗਾਵਾਂ।
ਕਿਰਪਾ ਕਰ ਦਿਓ। ਵਾਹਿਗੁਰੂ ਵਾਹਿਗੁਰੂ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਜੀ ਮੈਂ ਵਾਹਿਗੁਰੂ ਦੇ ਗੁਣ ਗਾਵਾਂ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਗੁਰ ਵਣ ਤ੍ਰਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਘਣ ਚੇਰੀ RAM। ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ। ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ। ਆਠ ਪਹਿਰ ਤੁਧ ਧਿਆਈ ਗਰਭ ਨਾ ਕੀਜੈ। ਰੇਣੋ ਵੀਜੈ ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕਰ ਮੈਂ ਜਿਹੀ ਘਣ ਚੇਰੀ RAM। ਐਸੀ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ। ਤੇਰੇ ਹੀ ਗੁਣ ਗਾਵਾਂ। ਵਾਹਿਗੁਰੂ ਤੇਰੇ ਹੀ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੁਣ ਗਾਵਾਂ। ਐਸੀ ਕਿਰਪਾ ਕਰ ਦਿਓ ਜੀ ਮੈਂ ਵਾਹਿਗੁਰੂ ਦੇ ਗੁਣ ਗਾਵਾਂ। ਵਿਸਰ ਨਾਹੀ ਦਾਤਾਰ ਆਪਣਾ ਨਾਮ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਕੁਝ ਸਮੇਂ ਤੋਂ
ਦੁਨਿਆਵੀ ਕੰਮਾਂ ਕਾਰਾਂ ਵਿਹਾਰਾਂ ਨੂੰ ਛੱਡ ਕੇ ਗੁਰੂ ਚਰਨਾਂ ਦਾ ਪ੍ਰੇਮ, ਸ਼ਰਧਾ, ਭਾਵਨਾ, ਵਿਸ਼ਵਾਸ ਲੈ ਕੇ ਦੋ ਜਹਾਨ ਵਾਲੀ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਕਿਰਪਾ ਦੇ ਸਾਗਰ, ਦਇਆ ਦੇ ਸਮੁੰਦਰ ਸਤਿਗੁਰੂ ਨਿਰਗੁਣ ਵਾਹਿਗੁਰੂ ਦਾ ਸਰਗੁਣ ਸਰੂਪ ਗੁਰਬਾਣੀ ਕੇ ਬੋਹਿਤ ਸ਼ਬਦਾ ਅਵਤਾਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਔਰ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਅਲੌਰਾ ਸਾਹਿਬ ਵਾਲੇ, ਉਹਨਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਪੂਰਨਮਾਸ਼ੀ ਦਾ ਜੋੜ ਮੇਲ ਮਨਾਉਣ ਵਾਸਤੇ ਆਏ ਮਹੀਨੇ ਦੀ ਤਰ੍ਹਾਂ ਥੋੜ੍ਹੇ ਸਮੇਂ ਵਾਸਤੇ ਆਪਣੇ ਘਰਾਂ ਦਾ ਸੰਕੋਚ ਕਰਕੇ ਗੁਰੂ ਘਰ ਚੱਲ ਕੇ ਆਏ ਹੋ। ਕੋਈ ਸਾਧਨ ਦੁਆਰਾ, ਕੋਈ ਨੇੜੇ ਦੇ ਪੈਰਾਂ ਦੁਆਰਾ ਚੱਲ ਕੇ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਹੁੰਚੇ। ਪੈਰਾਂ ਨੂੰ ਸਫਲਿਆਂ ਪਵਿੱਤਰ ਕੀਤਾ। ਫਰਮਾਨ ਹੈ ਸਤਿਗੁਰੂ ਜੀ ਦਾ, ਪਾਵ ਸੁਹਾਵੇ ਜਾਂ ਤਉ ਤਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸ਼ਰਣੀ। ਜਿੰਨੇ ਵੀ ਸਰੀਰ ਦੇ ਨਾਲ ਅੰਗ ਲਾਏ ਨੇ, ਕਰਮ ਇੰਦਰੇ ਜਾਂ ਗਿਆਨ ਇੰਦਰੇ, ਹਰ ਇੱਕ ਇੰਦਰੇ ਦਾ ਆਪਣਾ ਕਰਮ ਹੈ। ਇਹਨਾਂ ਦੁਆਰਾ ਹੀ ਸਰੀਰ ਰੂਪੀ ਧਰਤੀ 'ਚ ਕਰਮ ਬੀਜਿਆ ਜਾਂਦਾ ਹੈ। ਜਿਹੜਾ ਵੱਡਾ ਹੋ ਕੇ ਫਲੀਭੂਤ ਹੁੰਦਾ ਹੈ, ਉਹਦੇ ਦੁਆਰਾ ਹੀ ਫਿਰ ਸਾਨੂੰ ਦੁੱਖ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੇ ਚੰਗੇ ਕਰਦੇ ਹਾਂ ਸੁੱਖ ਮਿਲਦਾ ਹੈ, ਮਾੜੇ ਕਰਦੇ ਹਾਂ ਤਾਂ ਦੁੱਖ ਦੀ ਪ੍ਰਾਪਤੀ ਹੁੰਦੀ। ਸਰੀਰ ਦੇ ਇੰਦਰੀਆਂ ਦਾ ਦੋਸ਼ ਨਹੀਂ, ਜਿਹੜਾ ਚੱਲਣ ਵਾਲਾ ਉਹਦਾ ਦੋਸ਼ ਹੈ। ਜੇ ਪੈਰਾਂ ਦੁਆਰਾ ਕੋਈ ਗੁਰੂ ਘਰ ਜਾਂਦਾ, ਚੱਲ ਕੇ ਸੰਗਤ ਕਰਦਾ, ਗੁਰੂ ਕੋਲ ਜਾਂਦਾ, ਸਤਿਪੁਰਸ਼ਾਂ ਕੋਲ ਜਾਂਦਾ, ਉਹ ਪੈਰ ਪਵਿੱਤਰ ਵੀ ਹੁੰਦੇ ਨੇ। ਇੱਕ ਇੱਕ ਸਮੇਤ ਜਗ ਦਾ ਫਲ ਵੀ ਪ੍ਰਾਪਤ ਹੁੰਦਾ ਹੈ। ਤੇ ਜੇ ਇਹਨਾਂ ਪੈਰਾਂ ਦੁਆਰਾ ਹੀ ਮਾੜੀ ਥਾਂ 'ਤੇ ਚੱਲ ਕੇ ਜਾਇਆ ਜਾਂਦਾ ਹੈ, ਫਿਰ ਇਹ ਅਪਵਿੱਤਰ ਵੀ ਨੇ ਤੇ ਉਹਨਾਂ ਦਾ ਫਲ ਵੀ ਦੁੱਖ ਸਰੂਪ ਹੈ। ਇਸੇ ਤਰ੍ਹਾਂ ਹੱਥਾਂ ਦਾ ਕੰਮ ਹੈ। ਹੱਥਾਂ ਦੁਆਰਾ ਗੁਰੂ ਦੀ ਸੰਗਤ ਦੀ ਸੇਵਾ ਵੀ ਕੀਤੀ ਜਾਂਦੀ ਹੈ, ਬਰਤਨ ਵੀ ਮਾਂਜੇ ਜਾਂਦੇ ਨੇ, ਝਾੜੂ ਵੀ ਫੇਰਿਆ ਜਾਂਦਾ ਹੈ। ਇਹਨਾਂ ਦੁਆਰਾ ਫਿਰ ਮਾੜੇ ਕੰਮ ਵੀ ਹੁੰਦੇ। ਦੋ ਰਸਤੇ ਨੇ ਹਰ ਚੀਜ਼ ਦੇ, ਮਰਜ਼ੀ ਆਪਣੀ ਆਪਾਂ ਕਿਹੜੇ ਰਸਤੇ ਜਾਣਾ ਹੈ। ਗੁਰੂ ਨੇ ਦੋ ਮਾਰਗ ਦੱਸੇ ਨੇ ਤੇ ਉਹਨਾਂ ਦਾ ਫਲ ਸਰੂਪ ਵੀ ਦੱਸਿਆ ਵੀ ਕਿਹੜੇ ਰਸਤੇ ਤੇ ਕਿਹੜਾ ਫਲ ਮਿਲਦਾ। ਜੇ ਚੰਗੇ ਮਾਰਗ ਤੇ ਚੱਲੇਗਾ ਤਾਂ ਲੋਕ ਵੀ ਉਸਤਤ ਕਰਨਗੇ,
ਤੇ ਗਿਆਨ ਇੰਦਰੇ ਕਰਮ ਇੰਦਰੇ ਵੀ ਸਫਲੇ ਹੋ ਜਾਣਗੇ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੇ ਇਹਨਾਂ ਦੁਆਰਾ ਮਾੜੇ ਕੰਮ ਕਰੇਗਾ ਫਿਰ ਲੋਕ ਨਿੰਦਿਆ ਵੀ ਕਰਨਗੇ। ਅੱਗੇ ਜਾ ਕੇ ਵੀ ਮਨਮੁਖ ਆਵੇ, ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸਭ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਇੱਥੇ ਵੀ ਜਿੰਨੇ ਦੁੱਖ ਨੇ, ਅੱਗੇ ਜਾ ਕੇ ਜਿਹੜੇ ਨਰਕ ਨੇ ਉਹਨਾਂ ਨੂੰ ਭੋਗਣ ਵਾਸਤੇ ਮਨਮੁਖ ਬਿਰਤੀ। ਇਸ ਕਰਕੇ ਅੱਖਾਂ ਦੁਆਰਾ ਦੇਖਣ ਦਾ ਕੰਮ ਹੈ, ਚੰਗਾ ਦੇਖਣਾ ਜਾਂ ਮਾੜਾ। ਇਹਦੇ ਨਾਲ ਸੰਸਾਰ ਦੇਖਿਆ ਜਾਂਦਾ ਹੈ। ਭਗਤ ਕਬੀਰ ਜੀ ਨੂੰ ਪੁੱਛਦੇ ਹੈ ਉਹਦੇ ਪ੍ਰੇਮੀ ਭਗਤ ਜੀ, ਨੀਵੀਂ ਪਾ ਕੇ ਤੁਰਨਾ ਚਾਹੀਦਾ ਹੈ ਤਾਂ ਕਿ ਇਹਦੇ ਨਾਲ ਕੋਈ ਇਹੋ ਜਿਹੀ ਗੱਲ ਦੇਖੀ ਨਾ ਜਾ ਸਕੇ ਜਿਹਦੇ ਕਰਕੇ ਵਕਾਰ ਉਤਪੰਨ ਹੋ ਜਾਏ। ਭਗਤ ਕਬੀਰ ਜੀ ਕਹਿੰਦੇ ਪਰਮੇਸ਼ਰ ਨੇ ਲਾਈਆਂ ਕਾਹਦੇ ਵਾਸਤੇ ਨੇ? ਇਹ ਦੇਖਣ ਵਾਸਤੇ ਲਾਈਆਂ ਨੇ ਨਾ। ਪਰ ਦੇਖਣਾ ਆਪਾਂ ਕੀ ਹੈ? ਉਹਦੇ ਵਿੱਚੋਂ ਮਾੜਾ ਸਰੂਪ ਦੇਖਣਾ ਜਾਂ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਆਪਣੇ ਤੇ ਹੈ ਨਿਰਭਰ ਵੀ ਇਹਨਾਂ ਅੱਖਾਂ ਦੁਆਰਾ ਮਾੜਾ ਦੇਖਣਾ ਹੈ ਜਾਂ ਫਿਰ ਜਿੰਨਾ ਵੀ ਸੰਸਾਰ ਹੈ ਇਹਨੂੰ ਪਰਮੇਸ਼ਰ ਦਾ ਰੂਪ ਦੇਖਣਾ ਹੈ। ਇਹ ਤਾਂ ਸਾਡੇ ਵੱਸ 'ਚ ਹੈ ਨਾ। ਹੁਣ ਗੁਰੂ ਨੇ ਰਸਤਾ ਦੱਸਣਾ ਹੈ, ਚੱਲਣਾ ਆਪ ਹੈ ਆਪਾਂ। ਇਸ ਕਰਕੇ ਨੇਤਰਾਂ ਦਾ ਕੰਮ ਹੈ ਦੇਖਣਾ। ਸਭ ਘਟ ਦੇਖੋ ਪੀਓ। ਮਹਾਰਾਜ ਕਹਿੰਦੇ ਦੇਖ ਇਹਨਾਂ ਨਾਲ ਰੱਬ ਨੇ ਦਿੱਤੀਆਂ ਨੇ, ਪਰ ਇਹ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਦੇਖ। ਜਿਹੜੀ ਤੇਰੇ 'ਚ ਆਤਮਾ ਉਹੀ ਆਤਮਾ ਸਾਰਿਆਂ 'ਚ ਹੈ। ਇਸਤਰੀ 'ਚ ਵੀ ਉਹੀ ਆਤਮਾ ਹੈ, ਪੁਰਸ਼ ਵਿੱਚ ਵੀ ਉਹੀ ਆਤਮਾ ਹੈ, ਬੱਚੇ ਵਿੱਚ ਵੀ ਉਹੀ ਆਤਮਾ ਹੈ। ਜਿੰਨਾ ਸੰਸਾਰ ਹੈ ਸਾਰਿਆਂ ਵਿੱਚ ਆਤਮਾ ਇੱਕੋ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ। ਜੋਤ ਵਿੱਚ ਫਰਕ ਨਹੀਂ ਹੈ। ਸਾਡੇ ਕਰਮਾਂ ਵਿੱਚ ਫਰਕ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਕੰਨਾਂ ਦੁਆਰਾ ਵੀ ਦੋ ਚੀਜ਼ਾਂ ਸੁਣਨੀਆਂ। ਇੱਕ ਨਰਕ ਨੂੰ ਲੈ ਕੇ ਜਾਂਦੀ ਹੈ, ਮਨ ਵਿਗਾੜ ਦਿੰਦੀ ਹੈ ਵਿਕਾਰਾਂ 'ਚ, ਇਹ ਮਨ ਚਲਾ ਜਾਂਦਾ ਹੈ। ਇੱਕ ਉਹ ਚੀਜ਼ ਸੁਣਨੀ ਹੈ ਜਿਹਦੇ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ। ਇੱਥੇ ਵੀ ਸੁੱਖ ਮਿਲਦਾ ਹੈ, ਪਰਲੋਕ ਵਿੱਚ ਵੀ ਸੁੱਖ ਮਿਲਦਾ ਹੈ। ਹੁਣ ਮਾੜੇ ਗੀਤ ਵੀ ਨੇ, ਮਾੜੀਆਂ ਚੀਜ਼ਾਂ ਵੀ ਨੇ ਦੁਨੀਆ 'ਚ, ਪਰ ਸਾਨੂੰ ਹੁਕਮ ਕੀ ਹੈ? ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਗੁਰੂ ਨਾਨਕ, ਉਹ ਆਪਣੀ ਆਨੰਦ ਸਾਹਿਬ ਦੀ ਬਾਣੀ 'ਚ ਫਰਮਾਨ ਕਰਦੇ ਨੇ, ਇਹ ਸਰਵਣੋ ਮੇਰਿਓ ਸਾਚਾ ਸੁਣਨੈ ਨੂੰ ਪਠਾਏ। ਸਾਚਾ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਹੁਣ ਮਹਾਰਾਜ ਤਾਂ ਬਾਣੀ 'ਚ ਕਹਿੰਦੇ ਨੇ ਬਾਣੀ ਸੁਣਨ ਵਾਸਤੇ ਲਾਏ ਨੇ, ਪਰ ਆਪਾਂ ਸਾਰਾ ਦਿਨ ਨਿੰਦਿਆ ਹੀ ਸੁਣਦੇ ਰਹਿੰਦੇ ਹਾਂ, ਮਾੜੇ ਗੀਤ ਹੀ ਸੁਣਦੇ ਰਹਿੰਦੇ ਹਾਂ, ਮਾੜੀਆਂ ਗੱਲਾਂ, ਨਿੰਦਿਆ, ਚੁਗਲੀ ਹੀ ਸੁਣਦੇ ਰਹਿੰਦੇ ਹਾਂ। ਫਿਰ ਜਿਹੋ ਜਿਹਾ ਸੁਣੇਗਾ ਹਿਰਦੇ ਵਿੱਚ ਵੀ ਉਹੋ ਜਿਹਾ ਪਹੁੰਚਣਾ, ਤੇ ਜਿਹੋ ਜਿਹਾ ਹਿਰਦਾ ਹੋਏਗਾ ਬੁੱਧ ਨੇ ਵਿਚਾਰ ਵੀ ਉਹੋ ਜਿਹੀ ਕਰਨੀ ਹੈ। ਜੇ ਚੰਗਾ ਸੁਣੇਗਾ ਬੁੱਧ ਵਿਚਾਰ ਵੀ ਚੰਗੀ ਕਰੇਗੀ, ਜੇ ਮਾੜਾ ਸੁਣੇਗਾ ਬੁੱਧ ਵਿਚਾਰ ਵੀ ਫਿਰ ਮਾੜੀ ਕਰੇਗੀ। ਇਸ ਕਰਕੇ ਮਹਾਰਾਜ ਕਹਿੰਦੇ ਇਹਦਾ ਕਰਮ ਹੈ ਸੁਣਨਾ। ਹੁਣ ਤੇਰੇ ਤੇ ਨਿਰਭਰ ਹੈ, ਤੂੰ ਚੰਗਾ ਸੁਣਨਾ ਕਿ ਮਾੜਾ ਸੁਣਨਾ, ਇਹ ਤੇਰੇ ਵੱਸ 'ਚ ਹੈ।
ਫਿਰ ਮਹਾਰਾਜ ਕਹਿੰਦੇ ਜ਼ੁਬਾਨ ਲਾਈ ਹੈ ਪਰਮੇਸ਼ਰ ਦਾ ਨਾਮ ਜਪਣ ਨੂੰ। ਜਿਹੜੀ ਨਹੀਂ ਜਪਦੀ ਮਹਾਰਾਜ ਕਹਿੰਦੇ ਉਹਦਾ ਤਾਂ 1000 ਟੁਕੜਾ ਕਰ ਦੇਣਾ ਚਾਹੀਦਾ। ਹੇ ਜੇਵਾ ਕਰੋ ਸਤਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਜਿਹੜੀ ਰਸਨਾ ਦੁਆਰਾ ਨਾਮ ਹੀ ਨਹੀਂ ਜਪਿਆ ਜਾਂਦਾ ਮਹਾਰਾਜ ਕਹਿੰਦੇ ਕੱਟ ਦੇਣੀ ਚਾਹੀਦੀ ਹੈ, ਕਿਉਂਕਿ ਨਾਮ ਤੋਂ ਬਿਨਾਂ ਬਿਰਥੀ ਹੈ, ਨਾਮ ਤੋਂ ਬਿਨਾਂ ਅਪਵਿੱਤਰ ਹੈ। ਇਹਨੇ ਪਵਿੱਤਰ ਹੀ ਤਾਂ ਹੋਣਾ ਜਦੋਂ ਇਹਦੇ ਦੁਆਰਾ ਨਾਮ ਜਪਿਆ ਗਿਆ। ਨਾਮ ਕਹਿਤ ਗੋਬਿੰਦ ਕਾ, ਸੂਚੀ ਪਈ ਰਸਨਾ। ਇਹ ਰਸਨਾ ਨੇ ਸੁੱਚੀ ਤਾਂ ਹੋਣਾ ਜਦੋਂ ਇਹਦੇ ਦੁਆਰਾ ਅਸੀਂ ਨਾਮ ਜਪਿਆ। ਇਸ ਕਰਕੇ ਹੁਣ ਬੋਲਣ ਦੀ ਤਾਂ ਇਹਨੂੰ ਆਦਤ ਹੈ। ਹੁਣ ਚੰਗਾ ਬੋਲਣਾ ਜਾਂ ਮਾੜਾ ਬੋਲਣਾ ਇਹਦੀ ਮਰਜ਼ੀ ਆ। ਹੁਣ ਜੇ ਚੰਗਾ ਬੋਲੇਗਾ ਸਾਰਿਆਂ ਨੂੰ ਹੀ ਚੰਗਾ ਲੱਗੇਗਾ, ਜੇ ਮਾੜਾ ਬੋਲੇਗਾ ਤਾਂ ਸਾਰਿਆਂ ਦਾ ਮਨ, ਪਹਿਲਾਂ ਆਪਣਾ ਮਨ ਦੁਖੀ ਹੋਏਗਾ, ਫਿਰ ਦੂਜਿਆਂ ਦਾ, ਜਿਹਨੂੰ ਬੋਲਦਾ ਉਹਦਾ ਮਨ ਵੀ ਦੁਖੀ ਹੋ ਜਾਂਦਾ। ਮਹਾਰਾਜ ਕਹਿੰਦੇ ਇਹੋ ਜਿਹਾ ਬੋਲਿਆ ਕਰ ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪਰਵਾਨ। ਫਿੱਕਾ ਬੋਲ ਵੇ ਗੁਚਨਾ, ਸੁਣ ਮੂਰਖ ਮਨ ਆਜਾਨ। ਮਹਾਰਾਜ ਕਹਿੰਦੇ ਫਿੱਕਾ ਬੋਲੇਗਾ ਤੇਰਾ ਤਨ ਤੇ ਮਨ ਫਿੱਕਾ ਹੋ ਜਾਏਗਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਹੜੇ ਫਿੱਕਾ ਬੋਲਦੇ ਨੇ ਉਹਨਾਂ ਦਾ ਤਨ ਤੇ ਮਨ ਦੋਵੇਂ ਚੀਜ਼ਾਂ ਫਿੱਕੀਆਂ ਹੋ ਜਾਂਦੀਆਂ। ਤੇ ਜਿਹੜਾ ਚੰਗਾ ਬੋਲਦਾ ਉਹਦਾ ਤਨ ਵੀ ਪਵਿੱਤਰ ਹੋ ਜਾਂਦਾ ਤੇ ਬੋਲਣ ਕਰਕੇ ਮਨ ਵੀ ਪਵਿੱਤਰ ਹੋ ਜਾਂਦਾ। ਇਹ ਹੁਣ ਮਰਜ਼ੀ ਆਪਣੀ ਹੈ, ਅਸੀਂ ਕਰਨਾ ਕੀ ਹੈ, ਸਾਡੇ ਤੇ ਨਿਰਭਰ ਹੈ ਇਹ ਗੱਲ। ਗੁਰੂ ਨੇ ਗਿਆਨ ਇੰਦਰੇ ਤੇ ਕਰਮ ਦਿੱਤੇ, ਕਰਮ ਇੰਦਰੇ ਇਸੇ ਕਰਕੇ ਦਿੱਤੇ ਨੇ ਕਿ ਇਹਨਾਂ ਦੁਆਰਾ ਲਾਹਾ ਖੱਟਿਆ ਜਾਏ। ਪੈਰ ਵੀ ਪਵਿੱਤਰ ਹੁੰਦੇ ਨੇ ਗੁਰੂ ਘਰ ਆਉਣ ਕਰਕੇ, ਨੇਤਰ ਪਵਿੱਤਰ ਹੁੰਦੇ ਨੇ ਗੁਰੂ ਦੇ ਦਰਸ਼ਨ ਕਰਕੇ, ਕੰਨ ਪਵਿੱਤਰ ਹੁੰਦੇ ਨੇ ਬਾਣੀ ਸਰਵਣ ਕਰਕੇ, ਜੀਵਾ ਪਵਿੱਤਰ ਹੁੰਦੀ ਹੈ ਨਾਮ ਜਪ ਕੇ। ਇਸ ਕਰਕੇ ਜਿਹੜਾ ਇਹਨਾਂ ਇੰਦਰੀਆਂ ਨੂੰ ਗੁਰੂ ਨਾਲ ਜੋੜ ਦਿੰਦਾ ਨਾ ਉਹਦਾ ਜੀਵਨ ਸਫਲਾ ਹੋ ਜਾਂਦਾ। ਇਹ ਗੁਰੂ ਵਾਲਾ ਬਣ ਕੇ ਜਦੋਂ ਇਸ ਨੂੰ ਸੋਝੀ ਆਉਂਦੀ ਹੈ, ਜਿੰਨਾ ਚਿਰ ਗੁਰੂ ਦੁਆਰੇ ਨਹੀਂ ਆਉਂਦਾ, ਗੁਰੂ ਘਰ ਨਹੀਂ ਆਉਂਦਾ, ਕਿਸੇ ਜੁੜੇ ਹੋਏ ਦੀ ਸੰਗਤ ਨਹੀਂ ਕਰਦਾ, ਉਹਨਾਂ ਚਿਰ ਇਹਨੂੰ ਸੋਝੀ ਨਹੀਂ ਆਉਣੀ। ਤਾਂ ਹੀ ਬਾਣੀ 'ਚ ਮਹਾਰਾਜ ਰੋਜ਼ ਉਪਦੇਸ਼ ਦਿੰਦੇ ਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਏ। ਇਹੋ ਜਿਹੇ ਪਿਆਰਿਆਂ ਨੂੰ, ਇਹੋ ਜਿਹੇ ਗੁਰਮੁਖਾਂ ਨੂੰ, ਇਹੋ ਜਿਹੇ ਸਤਿਪੁਰਸ਼ਾਂ ਨੂੰ ਸੱਚੇ ਪਾਤਸ਼ਾਹ ਜ਼ਿੰਦਗੀ 'ਚ ਮਿਲੀ ਜਿਨ੍ਹਾਂ ਦੁਆਰਾ ਤੂੰ ਚਿਤ ਆ ਜਾਏ। ਹੁਣ ਸਾਰੀ ਉਮਰ ਮਹਾਂਪੁਰਸ਼ਾਂ ਨੇ ਪਹਿਲਾਂ ਤਾਂ ਨਾਮ ਦੀ ਕਮਾਈ ਆਪ ਕੀਤੀ, ਆਪ ਉਪਦੇਸ਼ ਕਮਾਇਆ। ਉਪਦੇਸ਼ ਕਮਾਉਣ ਤੋਂ ਬਾਅਦ ਜਦੋਂ ਆਪਣਾ ਜੀਵਨ ਸਫਲਾ ਹੋ ਗਿਆ, ਫਿਰ ਦੂਜਿਆਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ। ਭਾਈ ਅਸੀਂ ਇਸ ਉਪਦੇਸ਼ ਦੀ ਕਮਾਈ ਕੀਤੀ ਹੈ, ਇਸ ਉਪਦੇਸ਼ ਦੁਆਰਾ ਸਾਡਾ ਮਨੁੱਖਾ ਜਨਮ ਪਵਿੱਤਰ ਹੋਇਆ, ਸਫਲਾ। ਹੁਣ ਤੁਸੀਂ ਵੀ ਇਸ ਰਸਤੇ ਤੇ ਚੱਲੋ। ਉਹਨਾਂ ਨੇ ਗੁਰੂ ਨਾਲ ਜੋੜਿਆ ਤੇ ਜਦੋਂ ਗੁਰੂ ਵਾਲਾ ਬਣ ਕੇ ਗੁਰੂ ਤੋਂ ਸਿੱਖਿਆ ਧਾਰਨ ਕੀਤੀ, ਫਿਰ ਚੱਲਣਾ ਸ਼ੁਰੂ ਕਰ ਦਿੱਤਾ। ਅੱਜ ਵੀ ਬਹੁਤ ਸਾਰੇ ਗੁਰਮੁਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਗੁਰੇ ਪੁਣੇ ਦੀ ਜੂਠ ਲਾ ਕੇ ਗੁਰੂ ਧਾਰਨ ਕੀਤਾ ਹੈ। ਅੱਜ ਉਹਨਾਂ ਦਾ ਜਨਮ ਹੈ ਜਿਹੜਾ ਗੁਰੂ ਘਰ ਵਿੱਚ ਹੋਇਆ। ਸਤਿਗੁਰ ਕੈ ਜਨਮੈ
ਗਮਨ ਮਟਾਇਆ। ਪਹਿਲਾ ਮਾਤਾ ਪਿਤਾ ਤੋਂ ਜਨਮ ਹੋਇਆ ਉਹਨਾਂ ਦਾ, ਜਿੱਥੋਂ ਆਪਾਂ ਸਾਰਿਆਂ ਦਾ ਜਨਮ ਹੈ। ਪਰ ਜਦੋਂ ਇਹ ਗੁਰੂ ਵਾਲਾ ਬਣਦਾ ਫਿਰ ਇਹਦਾ ਗੁਰੂ ਘਰ ਵਿੱਚ ਜਨਮ ਹੁੰਦਾ ਹੈ। ਫਿਰ ਇਹਦਾ ਪਿਤਾ 10ਵੇਂ ਪਾਤਸ਼ਾਹ ਹੈ। ਇਹਦੀ ਮਾਤਾ ਸਾਹਿਬ ਕੌਰ ਹੈ। ਜਨਮ ਹੈ ਜਿਹੜਾ ਕੇਸਗੜ੍ਹ ਦਾ ਹੈ, ਆਨੰਦਪੁਰ ਸਾਹਿਬ ਦਾ। ਨਾਨਕੇ ਗੁਰੂ ਕੀ ਲਾਹੌਰ, ਇਹ ਖਾਲਸੇ ਦਾ ਐਡਰੈਸ ਹੈ। ਜਦੋਂ ਗੁਰੂ ਵਾਲਾ ਬਣਦਾ ਹੈ ਤੇ ਜਿੱਦਣ ਗੁਰੂ ਵਾਲਾ ਇਹ ਬਣ ਜਾਂਦਾ, ਗੁਰੂ ਵੀ ਉਦਣ ਇਹਦਾ ਬਣ ਜਾਂਦਾ ਹੈ। ਬਸ ਆਪਣੇ ਹਿਰਦੇ 'ਚ ਚੀਜ਼ ਟਿਕਾ ਕੇ ਰੱਖਣੀ ਹੈ। ਅੱਜ ਗੁਰੂ ਵਾਲੇ ਬਣੇ ਆ ਤੇ ਅੱਜ ਤੋਂ ਗੁਰੂ ਵੀ ਸਾਡਾ ਬਣ ਗਿਆ। ਹਰ ਕਰਮ ਦੀ ਲਾਜ ਹੁਣ ਸਾਡੇ ਗੁਰੂ ਨੂੰ ਹੈ। ਭਗਤ ਕਬੀਰ ਜੀ ਕਹਿੰਦੇ, ਜਦ ਤੂੰ ਗੁਰੂ ਵਾਲਾ ਬਣ ਜਾਏਗਾ ਨਾ, ਆਪਣਾ ਤਨ ਮਨ ਧਨ ਸਾਰਾ ਕੁਝ ਗੁਰੂ ਨੂੰ ਸੌਂਪ ਦੇਗਾ, ਕੇਵਲ ਤੇ ਕੇਵਲ ਗੁਰੂ ਦਾ ਹੁਕਮ ਮੰਨੇਗਾ, ਫਿਰ ਗੁਰੂ ਤੇਰੀ ਹਰ ਥਾਂ ਤੇ ਰਾਖੀ ਕਰੇਗਾ। ਕਰਦਾ ਆਇਆ, ਹੁਣ ਵੀ ਕਰਦਾ ਹੈ। ਅਗਣਤ ਵਾਸਤੇ ਵੀ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਨਾਂ ਚਿਰ ਗੁਰੂ ਆਪਣੇ ਸਿੱਖ ਦੀ ਪ੍ਰਤਪਾਲ ਕਰਦਾ ਰਹੇਗਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਇਸ ਕਰਕੇ ਗੁਰੂ ਤਾਂ ਹਮੇਸ਼ਾ ਦਿਆਲਤਾ ਦੇ ਘਰ ਵਿੱਚ ਰਹਿੰਦਾ ਹੈ। ਜਿਹੜਾ ਆਪ ਸਵਾਰ ਕੇ ਗੁਰੂ ਵਿੱਚ ਭੇਦ ਹੋ ਜਾਂਦਾ ਹੈ ਨਾ, ਮਾਰੇ ਕਹਿੰਦੇ ਜੋ ਗੁਰੂ ਦਾ ਹੁੰਦਾ ਹੈ ਉਹ ਸਾਰਾ ਕੁਝ ਸੇਵਕ ਦਾ ਬਣ ਜਾਂਦਾ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਤੂੰ ਸਾਹਿਬ ਦਾ ਬਣ ਜਾਏਗਾ ਨਾ, ਫਿਰ ਸਾਹਿਬ ਵੀ ਤੇਰਾ ਬਣ ਜਾਏਗਾ। ਬਾਣੀ 'ਚ ਸਾਹਿਬ ਨੇ ਐਸਾ ਫਰਮਾਨ ਕੀਤਾ ਹੈ, ਪਿਆਰੇ ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂਗਾ। ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂਗਾ। ਪਿਆਰੇ ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂਗਾ। ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂਗਾ। ਤੇਰਾ ਬਣ ਜੂਗਾ, ਤੇਰਾ ਬਣ ਜੂਗਾ। ਸਭ ਜਗ ਤੇਰਾ ਬਣ ਜੂ, ਸਭ ਤੇਰਾ ਬਣ ਜੂਗਾ। ਸਭ ਜਗ ਤੇਰਾ ਬਣ ਜੂਗਾ, ਤੇਰਾ ਬਣ ਜੂ। ਸਭ ਜਗ ਤੇਰਾ ਬਣ ਜੂਗਾ, ਸਭ ਜਗ ਤੇਰਾ ਬਣ ਜੂਗਾ।
ਯਾਰੇ ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂ। ਜੇ ਤੂੰ ਸਾਹਿਬ ਦਾ ਬਣ ਜਾਏ ਸਭ ਜਗ ਤੇਰਾ ਬਣ ਜੂਗਾ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਸਭ ਜਗ ਤੇਰਾ ਹੋਏ। ਬਾਣੀ 'ਚ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਸਾਹਿਬ ਦਾ ਗੁਰੂ ਦਾ ਬਣ ਜਾਏਗਾ, ਜਿੰਨਾ ਚਿਰ ਇਹ ਕਿਸੇ ਦਾ ਬਣਦਾ ਨਹੀਂ ਉਹਨਾਂ ਚਿਰ ਸੰਸਾਰ 'ਚ ਇਹਦੀ ਸੋਭਾ ਨਹੀਂ ਹੈ। ਕਿਸੇ ਨਾ ਕਿਸੇ ਦਾ ਬਣਨਾ ਪੈਣਾ। ਜਿਹੜਾ ਅਵਾਰਾ ਹੁੰਦਾ ਨਾ ਉਹਨੂੰ ਕੋਈ ਨਹੀਂ ਪੁੱਛਦਾ ਹੈ। ਜਿਹੜਾ ਕਿਸੇ ਦਾ ਬਣਿਆ ਹੁੰਦਾ ਉਹਦੀ ਇੱਥੇ ਵੀ ਕਦਰ ਹੈ, ਜਦ ਪਰਲੋਕ ਨੂੰ ਜਾਏਗਾ ਉਹਦੀ ਉੱਥੇ ਵੀ ਕਦਰ ਹੋਏਗੀ। ਅਵਾਰਾ ਤਾਂ ਕੂਕਰਾਂ ਨੂੰ ਨਹੀਂ ਪੁੱਛਦਾ ਹੈ ਕੋਈ। ਆ ਫਿਰਦੇ ਆ ਨਾ ਜਿਹੜੇ ਅਵਾਰਾ ਪਿੰਡਾਂ 'ਚ ਸ਼ਹਿਰਾਂ 'ਚ ਫਿਰਦੇ ਆ, ਕੋਈ ਪੁੱਛਦਾ ਹੈ? ਜੇ ਕਿਸੇ ਦੀ ਮਰਜ਼ੀ ਹੈ ਕੋਈ ਟੁਕੜ ਪਾ ਦੇ ਨਾ ਪਾ ਦੇ, ਅਗਲੇ ਦੀ ਮਰਜ਼ੀ। ਫਿਕਰ ਤਾਂ ਨਹੀਂ ਨਾ ਹੈ ਕਿਸੇ ਨੂੰ। ਪਰ ਜਦੋਂ ਆਪਾਂ ਕਿਸੇ ਦੇ ਬਣ ਜਾਾਂਗੇ ਨਾ ਉਹਨੂੰ ਫਿਰ ਫਿਕਰ ਹੁੰਦਾ ਹੈ। ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਹਿ ਸਭ ਕੋਏ। ਏਕ ਦਰ ਕਾ ਹੋਏ ਰਹਿ ਫਿਰ ਦੁਰ ਦੁਰ ਕਹਿ ਨਾ ਕੋਏ। ਜਦੋਂ ਇੱਕ ਦਰ ਦਾ ਹੋ ਜਾਏਗਾ ਨਾ ਫਿਰ ਦੁਰ ਦੁਰ ਨਹੀਂ ਅਖਵਾਏਗਾ, ਦੁਰ ਦੁਰ ਨਹੀਂ ਕਹੇਗਾ ਕੋਈ ਤੈਨੂੰ, ਮਾੜਾ ਨਹੀਂ ਕਹੇਗਾ। ਬਣਨਾ ਚਾਹੀਦਾ ਹੈ। ਬਣਨ ਤੋਂ ਬਿਨਾਂ ਮਨੁੱਖਾ ਜਨਮ ਵੀ ਨਹੀਂ ਸਫਲਾ ਹੋਣਾ। ਤੇ ਬਣਨਾ ਵੀ ਉਹਦਾ ਜਿਹੜਾ ਪੂਰਾ, ਅਧੂਰਿਆਂ ਦੇ ਨਹੀਂ ਬਣ ਜਾਣਾ। ਕਿਤੇ ਆਪ ਵੀ ਫਿਰ ਉਹ ਵਿਚਾਰੇ ਨਰਕਾਂ 'ਚ ਗੋਤੇ ਖਾਂਦੇ ਫਿਰਨ। ਜਿੱਥੇ ਗੁਰੂ ਗਿਆ ਉੱਥੇ ਫਿਰ ਸੇਵਕਾਂ ਨੇ ਤਾਂ ਜਾਣਾ ਹੀ ਹੈ ਨਾ। ਆਪ ਡੁੱਬੇ ਚੌ ਬੇਦ ਮੈਂ ਚੇਲੇ ਦੀਏ ਬਹਾਏ। ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚੌ ਬੇਦ ਮੈਂ ਚੇਲੇ ਦੀਏ ਬਹਾਏ। ਗੁਰੂ ਵੀ ਪੂਰਾ ਧਾਰਨ ਕਰਨਾ ਜਿਹਦੀ ਹਰ ਇੱਕ ਗੱਲ ਪੂਰੀ ਹੋਵੇ, ਅਧੂਰਾ ਨਾ ਹੋਵੇ। ਜਿਹੜਾ ਆਪ ਹੀ ਜਾ ਕੇ ਵਿਚਾਰਾ ਜੇਲਾਂ 'ਚ ਤੁਰਿਆ ਫਿਰਦਾ, ਰਕਸ਼ਾ ਕੀ ਕਰੇਗਾ ਉਹ ਕਿਸੇ ਦੀ। ਪੂਰਾ ਗੁਰੂ ਜਿਹਦੀ ਹਰ ਇੱਕ ਗੱਲ ਪੂਰੀ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਾਟ ਬਾਦ ਕਿਛ ਨਾਈ। ਤਾਂ ਹੀ ਹਦਾਇਤ ਕੀਤੀ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਹਦਾਇਤ ਹੈ ਨਾਨਕ ਕੱਚੜਿਆਂ ਸਿਉ ਤੋੜ। ਢੂੰਡ ਸੱਜਣ ਸੰਤ ਪੱਕਿਆਂ ਉਹ ਜਵੰਦੇ ਵਿਛੜੇ। ਉਹ ਮੋਇਆ ਨਾ ਜਾਈ ਛੋੜ। ਕਿਸੇ ਪੂਰੇ ਗੁਰੂ, ਕਿਸੇ ਪੂਰੇ ਸੰਤ ਮਹਾਤਮਾ ਦੀ ਸੰਗਤ ਕਰ, ਜਿਹੜਾ ਤੈਨੂੰ ਛਡਾ ਸਕੇ ਕਿਤੋਂ, ਜਿਹੜਾ ਕਹਿ ਸਕੇ ਜਿਹੜੇ ਮੇਰੇ ਨੇ ਇਹਨਾਂ ਨੂੰ ਨਰਕਾਂ 'ਚ ਲਿਜਾ ਨਹੀਂ ਕੋਈ ਸਕਦਾ, ਸੁਰਗਾਂ 'ਚ ਇਹਨਾਂ ਨੇ ਆਸ ਨਹੀਂ ਰੱਖਦੇ। ਫਿਰ ਜਿੱਥੇ ਪੂਰੇ ਦਾ ਨਿਵਾਸ ਹੈ ਨਾ, ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖਿਆ ਨਦਰ ਨਿਹਾਲ, ਫਿਰ ਉਹਦਾ ਸਿੱਖ ਵੀ ਤਾਂ ਉੱਥੇ ਹੀ ਜਾਏਗਾ। ਜਿੱਥੇ ਪੂਰਾ ਰਹਿੰਦਾ ਪੂਰੇ ਕੋਲ ਹੀ ਜਾਣਾ ਨਾ ਸਿੱਖ ਨੇ। ਜਿਹੜੇ ਹੈ ਹੀ ਅਧੂਰਿਆਂ ਦੇ ਨੇ ਫਿਰ ਉਹ ਅਧੂਰਿਆਂ ਕੋਲ ਹੀ ਜਾਣਗੇ। ਜਿੱਥੇ ਅਧੂਰਾ ਬੈਠਾ ਉਹਦੇ ਸੇਵਕ ਵੀ ਉੱਥੇ ਹੀ ਜਾਣਗੇ। ਇਸ ਕਰਕੇ ਜਿਹੜਾ ਪੂਰਾ ਗੁਰੂ ਹੈ, ਜਿਹੜਾ ਬਚਨ ਕਰਕੇ ਖਿਸਕਦਾ ਨਹੀਂ, ਆਪਣੇ ਸਰੀਰ ਦੀ ਕੁਰਬਾਨੀ ਤਾਂ ਦੇ ਦਿੰਦਾ ਬਚਨ ਕਰਕੇ, ਪਰ ਪਿਛਾ ਨਹੀਂ ਹਟਦਾ ਹੈ, ਉਹ ਪੂਰਾ ਗੁਰੂ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਦੀ 10ਵੀਂ ਜੋਤ, ਸ੍ਰੀ ਅਨੰਦਪੁਰ ਸਾਹਿਬ ਜੋਤ ਜਗਾਉਂਦੇ। ਜੀਵਨ ਦਾ ਬਹੁਤ ਲੰਮਾ ਸਮਾਂ
ਸੱਚੇ ਪਾਤਸ਼ਾਹ ਉਸ ਧਰਤੀ ਤੇ ਬਿਰਾਜਮਾਨ ਰਹੇ ਬਹੁਤ ਲੰਮਾ ਸਮਾਂ। ਜਿੰਨਾ ਕੁ ਜੀਵਨ ਸੀ ਉਹਦੇ ਵਿੱਚੋਂ ਬਹੁਤ ਲੰਮਾ ਸਮਾਂ ਰਹੇ। ਦੂਰੋਂ ਦੂਰੋਂ ਸਿੱਖ ਸੰਗਤਾਂ ਆਉਂਦੀਆਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸਨ। ਹੁਣ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇੱਕ ਘਰ ਦੇ ਵਿੱਚ ਕਈ ਕਈ ਸਾਧਨ ਖੜੇ ਨੇ, ਕਈ ਕਈ ਸਾਧਨ। ਫੇਰ ਵੀ ਆਉਣਾ ਦੁੱਬਰ ਹੋਇਆ ਹੋਇਆ। ਜਾਵਾਂਗੇ ਕਿਵੇਂ? ਕੀ ਸਾਧਨ ਹੈ? ਨਾਲੇ ਕਿਹੜਾ ਘਰ ਹੈ ਜਿਹਦੇ ਘਰ 'ਚ ਅੱਜ ਗੱਡੀ ਨਹੀਂ ਹੈ ਜਾਂ ਮੋਟਰਸਾਈਕਲ ਨਹੀਂ ਹੈ? ਕੋਈ ਵਿਰਲਾ ਹੀ ਘਰ ਹੋਣਾ। ਅੱਜ ਤਾਂ ਸਾਰਿਆਂ ਤੇ ਬੜੀ ਕਿਰਪਾ ਹੈ। ਆ ਪੁਰਾਣੇ ਸੰਗੀ ਬੈਠੇ ਨੇ ਜਿਹੜੇ ਸੰਤ ਜੀ ਮਹਾਰਾਜ, ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸੁਣਨ ਵਾਸਤੇ 70-70 ਕਿਲੋਮੀਟਰ ਟਰੈਲੀਆਂ ਤੇ ਜਾਂਦੇ ਹੁੰਦੇ ਸੀ। ਰਾਤ ਦੇ ਦੀਵਾਨ ਸੁਣ ਕੇ ਆਉਂਦਿਆਂ ਨੂੰ ਦਿਨ ਚੜ੍ਹ ਜਾਂਦਾ ਸੀ। ਇੰਨਾ ਪ੍ਰੇਮ ਹੁੰਦਾ ਸੀ। ਇਹ ਪ੍ਰੇਮ ਦਾ ਸਬੂਤ ਹੈ। ਜਿਹਨੇ ਜਾਣਾ ਨਾ ਉਹਨੂੰ ਸਾਧਨ ਦਾ ਕੋਈ ਬਹੁਤਾ ਉਹ ਨਹੀਂ ਹੁੰਦਾ। ਉਹ ਕੋਈ ਨਾ ਕੋਈ ਹਿੱਲਾ ਕਰਕੇ ਆ ਜਾਂਦਾ ਹੈ। ਤੇ ਜਿਹਨੇ ਨਹੀਂ ਆਉਣਾ ਉਹਨੇ ਕੋਈ ਨਾ ਕੋਈ ਬਹਾਨਾ ਬਣਾ ਹੀ ਦੇਣਾ। ਜੀ ਸਾਧਨ ਨਹੀਂ ਸੀ ਮਿਲਿਆ, ਸੰਗੀ ਨਹੀਂ ਸੀ ਕਿਉਂ ਮਿਲਿਆ ਤਾਂ ਨਹੀਂ ਜੀ ਆਏ। ਆਉਣਾ ਤਾਂ ਜ਼ਰੂਰ ਸੀ, ਪਤਾ ਸੀ ਸਾਨੂੰ 13 ਦੀ ਪੂਰਨਮਾਸ਼ੀ ਹੈ, ਪਰ ਕੋਈ ਸੰਗੀ ਨਹੀਂ ਸੀ। ਵੀ ਜੇ ਤੂੰ ਸੰਗਤ ਕਰਨੀ ਹੈ ਤੈਂ ਸੰਗੀ ਤੋਂ ਕੀ ਲੈਣਾ? ਤੈਂ ਮਨੁੱਖਾ ਜਨਮ ਤਾਂ ਆਪਣਾ ਸਫਲਾ ਕਰਨਾ ਕਿ ਸੰਗੀ ਦਾ? ਜੇ ਸੰਗੀ ਆ ਜਾਏਗਾ ਤਾਂ ਵੀ ਉਹਦਾ ਵੀ ਜੀਵਨ ਸਫਲਾ ਹੋ ਜਾਏਗਾ। ਕਿਉਂਕਿ ਅੰਦਰ ਪ੍ਰੇਮ ਨਹੀਂ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਤਾਂ ਨਦੀਆਂ ਚੀਰ ਕੇ ਵੀ ਲੰਘ ਜਾਂਦੇ ਆ ਗੁਰੂ ਨੂੰ ਮਿਲਣ ਵਾਸਤੇ। ਜਿਨ੍ਹਾਂ ਤੋਂ ਕੁਛ ਮਿਲਿਆ ਹੁੰਦਾ ਹੈ ਨਾ, ਉਹਨਾਂ ਦੇ ਪ੍ਰੇਮ ਵਾਸਤੇ ਉਹਨਾਂ ਨੇ ਬਚਨ ਕੀਤਾ ਸੀ। ਸੰਤ ਜੀ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਕਹਿੰਦਾ ਜੇ ਭਾਈ ਬਹੁਤਾ ਨਹੀਂ, ਹਫ਼ਤੇ ਤੋਂ ਬਾਅਦ ਨਹੀਂ ਆ ਸਕਦੇ, ਮਹੀਨੇ ਤੋਂ ਬਾਅਦ ਇੱਕ ਦਿਨ ਹੀ ਆ ਜਾ ਕਰੋ, ਤੁਹਾਡਾ ਮਹੀਨਾ ਸਫਲ ਹੈ। ਵਿਰਲੇ ਵਿਰਲੇ ਨੇ ਜਿਹੜੇ ਬਚਨ ਨਿਭਾਉਂਦੇ ਆ। ਤੇ ਜਿਹੜੇ ਬਚਨ ਨਿਭਾ ਦੇਣਗੇ ਫਿਰ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਦੁਨੀਆ ਦੀ ਕੋਈ ਆਫਤ ਉਹਨਾਂ ਦੇ ਉੱਤੇ ਕਹਿਰ ਵਰਤਾ ਨਹੀਂ ਸਕਦੀ ਜਿਨ੍ਹਾਂ ਨੂੰ ਗੁਰੂ ਦੇ ਬਚਨ ਦਾ ਭਰੋਸਾ ਹੈ, ਜਿਹੜਾ ਗੁਰੂ ਦੇ ਬਚਨ ਤੇ ਸਤਿਪੁਰਸ਼ਾਂ ਦੇ ਬਚਨ ਤੇ ਚੱਲਦਾ। ਇਸ ਕਰਕੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ, ਟੋਲੀਆਂ 'ਚ ਇਕੱਠੇ ਹੋ ਕੇ ਕਈ ਕਈ ਨਗਰਾਂ ਦੀਆਂ ਸੰਗਤਾਂ ਸਾਹਿਬ ਦੇ ਚਰਨਾਂ ਵਿੱਚ ਆਉਂਦੇ। ਪਸ਼ੌਰ ਦੀ ਸੰਗਤ ਨੇ ਮਨ ਵਿੱਚ ਉਤਸ਼ਾਹ ਜਾਗਿਆ ਦਰਸ਼ਨਾਂ ਦਾ। ਪਸ਼ੌਰ ਤੋਂ ਸੰਗਤ ਇਕੱਠੀ ਹੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੀ। ਪੈਂਡੇ ਨੂੰ ਤੈਅ ਕੀਤਾ, ਆਨੰਦਪੁਰ ਸਾਹਿਬ ਪਹੁੰਚ ਗਏ। ਸੱਚੇ ਪਾਤਸ਼ਾਹ ਦਾ ਦੀਵਾਨ ਲੱਗਿਆ ਹੋਇਆ, ਤਖਤ ਤੇ ਬੈਠੇ ਆ ਸੱਚੇ ਪਾਤਸ਼ਾਹ ਬੀਰ ਆਸਣ ਲਾ ਕੇ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ, ਸੱਚੇ ਪਾਤਸ਼ਾਹ ਆਪਣੇ ਤਖਤ ਤੇ ਸੁਭਾਏਮਾਨ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਬਿਰਾਜਮਾਨ ਨੇ। ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ, ਬੇਨਤੀ ਕਰਦੀਆਂ ਨੇ। ਜਿਹੋ ਜੀ ਕਿਸੇ ਦੀ ਕਾਮਨਾ ਹੁੰਦੀ ਹੈ ਉਹੋ ਜੀ ਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ। ਗੁਰੂ ਸੁਣਦਾ ਹੈ, ਸਦ ਸੁਣਦਾ, ਸਦ ਦੇਖਦਾ। ਗੁਰੂ ਸੁਣਦਾ ਵੀ ਹੈ ਤੇ ਦੇਖਦਾ ਵੀ ਹੈ। ਨੇਤਰਾਂ ਦੁਆਰਾ ਦੇਖਦਾ ਹੈ, ਕੰਨਾਂ ਦੁਆਰਾ ਸੁਣਦਾ ਵੀ ਹੈ ਤੇ ਆਸ ਵੀ ਪੂਰੀ ਕਰਦਾ ਹੈ। ਇਸੇ ਕਰਕੇ ਅਰਦਾਸਾਂ ਕਰਦੇ ਹਨ। ਜੇ ਸੁਣਦਾ ਹੀ ਨਾ ਹੋਵੇ ਫਿਰ ਅਰਦਾਸ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ। ਜਾਗਤ ਜੋਤ ਹੈ ਨਾ ਗੁਰੂ। ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾਨ। ਜਾਗਤ ਜੋਤ ਗੁਰੂ ਹੈ, ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਆਪਣੇ ਮਨੋ ਕਾਮਨਾ ਮੁੱਖ ਰੱਖ ਕੇ ਗੁਰੂ ਨੂੰ ਬੇਨਤੀ ਕਰਦੇ। ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਆਸ਼ੀਰਵਾਦ ਦਿੰਦੇ।
ਜਦੋਂ ਪਿਸ਼ੌਰ ਦੀ ਸੰਗਤ ਨੇ ਆ ਕੇ ਨਮਸਕਾਰ ਕੀਤੀ, ਇਹਨਾਂ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਹੈ। ਸਿੱਖ ਤਾਂ ਆਪਾਂ ਸਾਰੇ ਹੀ ਆ, ਪਰ ਗੁਰਸਿੱਖ ਘੱਟ ਨੇ। ਸਿੱਖ ਤਾਂ ਉਹ ਵੀ ਅਖਵਾਉਂਦੇ ਨੇ ਜਿਨ੍ਹਾਂ ਦੇ ਸਿੱਖਾਂ ਦਾ ਘਰ ਜਨਮ ਹੋਇਆ ਹੋਇਆ। ਸਿੱਖਾਂ ਦੇ ਘਰ ਵਿੱਚ ਜਨਮ ਹੋਣਾ ਸਿੱਖ ਅਖਵਾ ਲੈਂਦੇ ਹੈ, ਪਰ ਗੁਰਸਿੱਖ ਕਿੱਦਣ ਬਣਾਂਗੇ? ਜਿੱਦਣ ਗੁਰੂ ਦੀ ਗੱਲ ਮੰਨ ਲਾਂਗੇ, ਜਿੱਦਣ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾਂਗੇ। ਜਦ ਗੁਰੂ ਵਾਲੇ ਬਣ ਜਾਾਂਗੇ ਨਾ, ਫਿਰ ਗੁਰੂ ਦੇ ਸਿੱਖ ਬਣ ਜਾਾਂਗੇ। ਅਜੇ ਤਾਂ ਪਤਾ ਨਹੀਂ ਕਿਦੇ ਕਿਦੇ ਆ। ਕਈ ਮਨ ਦੇ ਸਿੱਖ ਨੇ, ਕਈ ਨਾਈਆਂ ਦੇ ਸਿੱਖ ਨੇ, ਚੌਥੇ ਕੁ ਦਿਨ ਜਾ ਕੇ ਬਹਿ ਜਾਂਦੇ ਆ ਉੱਥੇ। ਕਈ ਸ਼ਰਾਬ ਦੇ ਸਿੱਖ ਵੀ ਨੇ। ਸਾਰੀ ਉਮਰ ਹੋ ਗਈ ਸੁਣਦਿਆਂ ਨੂੰ, ਅਜੇ ਤੱਕ ਸ਼ਰਾਬ ਹੀ ਨਹੀਂ ਛੱਡੀ ਹੈ। ਜੇ ਪੁੱਛ ਲਓ ਫਿਰ ਕਹਿੰਦੇ ਅਸੀਂ ਸਿੱਖ ਹਾਂ। ਮਹਾਰਾਜ ਕਹਿੰਦੇ ਸਿੱਖ ਹੁੰਦਾ ਕੌਣ ਹੈ? ਲੀੜਿਆਂ ਕਰਕੇ, ਕੱਪੜਿਆਂ ਕਰਕੇ ਸਿੱਖ ਹੁੰਦਾ ਹੈ? ਨਹੀਂ, ਸਿੱਖ ਉਹ ਹੈ ਜਿਹਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿੱਖ ਤਾਂ ਕਹਿੰਦੇ ਉਹਨੂੰ ਨੇ ਜਿਹੜਾ ਬਚਨ ਮੰਨਦਾ ਉਹਦੇ ਤੇ ਚੱਲਦਾ ਹੈ। ਜਿਹਨੇ ਬਚਨ ਹੀ ਨਹੀਂ ਮੰਨਣਾ ਉਹ ਸਿੱਖ ਕਿਵੇਂ ਹੋ ਸਕਦਾ? ਉਹ ਸਿੱਖਾਂ ਦੇ ਘਰ ਵਿੱਚ ਜਨਮ ਕਾਰਨ ਲੈਣ ਕਰਕੇ ਉਹਨਾਂ ਦਾ ਨਾਮ ਸਿੱਖ ਹੈ। ਪਰ ਗੁਰਸਿੱਖ ਉਦਣ ਬਣਨਗੇ ਜਿੱਦਣ ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਗੁਰੂ ਦਾ ਮੰਤਰ ਧਾਰਨ ਕਰ ਲੈਣਗੇ। ਉਦਣ ਫਿਰ ਗੁਰੂ ਦੇ ਸਿੱਖ ਬਣ ਜਾਣਗੇ। ਇਹਨਾਂ ਦੇ ਵਿੱਚ ਇੱਕ ਗੁਰੂ ਸਿੱਖ ਪਰਿਵਾਰ ਹੈ ਜਿਨ੍ਹਾਂ ਨੇ ਗੁਰੂ ਦੀ ਰਹਿਤ ਮਰਜ਼ਾਦਾ ਧਾਰਨ ਕੀਤੀ ਹੈ, ਜਿਨ੍ਹਾਂ ਦੇ ਕੋਲ ਬਾਣੀ ਤੇ ਬਾਣ ਹੈ, ਦੋਏ ਚੀਜ਼ਾਂ ਨੇ। ਇਸ ਪਰਿਵਾਰ ਦਾ ਇੱਕ ਛੋਟਾ ਜਿਹਾ ਭਚੰਗੀ ਸਿੰਘ ਹੈ ਨਾਲ। ਜਦੋਂ ਇਸ ਪਰਿਵਾਰ ਨੇ ਨਮਸਕਾਰ ਕੀਤੀ, ਮਹਾਰਾਜ ਬੜੇ ਖੁਸ਼ ਹੋਏ। ਇਸ ਭਚੰਗੀ ਸਿੰਘ ਨੇ ਨਮਸਕਾਰ ਕੀਤੀ, ਮਹਾਰਾਜ ਨੇ ਕੋਲ ਬੁਲਾ ਲਿਆ। ਕੋਲ ਬੁਲਾ ਕੇ ਪੁੱਛਦੇ ਨੇ ਕਿੱਥੋਂ ਆਏ ਹੋ? ਕਿਹੜਾ ਨਗਰ ਹੈ ਤੇਰਾ? ਗੁਰਸਿੱਖ ਪਰਿਵਾਰ ਦਾ ਸੀ। ਘਰ 'ਚ ਮਾਈਆਂ ਬੀਬੀਆਂ ਮਾਤਾ ਪਿਤਾ ਸਿਖਾਉਂਦੇ ਸੀ ਵੀ ਬੋਲਣਾ ਕਿਵੇਂ ਹੈ। ਬੋਲਣ ਦੀ ਵੀ ਤਾਂ ਲਿਆਕਤ ਹੋਣੀ ਚਾਹੀਦੀ ਹੈ ਨਾ ਸਿਆਣੇ ਨੂੰ। ਫਿਰ ਇਹ ਤਾਂ ਗੁਰੂ ਸੀ। ਕਹਿਣ ਲੱਗੇ ਕਿਹੜਾ ਨਗਰ ਹੈ? ਮਹਾਰਾਜ ਅਸੀਂ ਪਿਸ਼ੌਰ 'ਚ ਰਹਿੰਦੇ ਹਾਂ, ਉੱਥੇ ਘਰ ਬਖਸ਼ੇ ਆ ਤੁਸੀਂ, ਤੁਹਾਡੇ ਦਿੱਤੇ ਘਰਾਂ 'ਚ ਰਹਿੰਦੇ ਆ। ਸੱਚੇ ਪਾਤਸ਼ਾਹ ਪਿਸ਼ੌਰ ਤੋਂ ਆਏ ਆ ਅਸੀਂ। ਫਿਰ ਸੱਚੇ ਪਾਤਸ਼ਾਹ ਪੁੱਛਦੇ ਆ ਨਾਮ ਕੀ ਹੈ ਤੇਰਾ? ਸੱਚੇ ਪਾਤਸ਼ਾਹ ਮੇਰੇ ਘਰਦਿਆਂ ਨੇ ਨਾਮ ਮੇਰਾ ਜੋਗਾ ਰੱਖਿਆ। ਸਿੰਘ ਨਹੀਂ, ਕੱਲਾ ਜੋਗਾ ਨਾਮ ਹੈ ਉਹਦੇ। ਮੇਰਾ ਨਾਮ ਜੋਗਾ ਰੱਖਿਆ। ਤੇ ਸਹਿਜ ਸੁਭਾਏ ਦਸਵੇਂ ਪਾਤਸ਼ਾਹ ਪੁੱਛਦੇ ਨੇ ਕਿਹਦੇ ਜੋਗਾ ਹੈ? ਘਰਦਿਆਂ ਜੋਗਾ ਕਿ ਗੁਰੂ ਜੋਗਾ? ਹੁਣ ਸਿਆਣਾ ਸੀ, ਲਿਆਕਤ ਸੀ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਜੋਗਾ। ਇਹਨਾਂ ਦਾ ਕਰਮ ਸੀ ਮੈਨੂੰ ਜਨਮ ਦੇ ਦੇਣਾ, ਪਰ ਜਨਮ ਦੀ ਸਫਲਤਾ ਵਾਸਤੇ ਮੈਨੂੰ ਗੁਰੂ ਦੀ ਬੜੀ ਜ਼ਰੂਰਤ ਹੈ। ਗੁਰੂ ਤੋਂ ਬਿਨਾਂ ਮੇਰਾ ਜਨਮ ਨਹੀਂ ਸਫਲਾ ਹੋਣਾ, ਇਸ ਕਰਕੇ ਮੈਂ ਗੁਰੂ ਜੋਗਾ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਵਰ ਕੀ ਦਿੱਤਾ, ਭਾਈ ਜੋਗਾ ਜੇ ਤੂੰ ਗੁਰੂ ਜੋਗਾ ਹੈ ਨਾ, ਅੱਜ ਤੋਂ ਗੁਰੂ ਵੀ ਤੇਰੇ ਜੋਗਾ ਹੈ। ਧਿਆਨ ਰੱਖੀ, ਭੁੱਲ ਨਾ ਜਾਈ, ਹੁਣ ਗੁਰੂ ਵੀ ਤੇਰੇ ਜੋਗਾ। ਸੰਬੰਧ ਜੁੜ ਗਿਆ ਨਾ ਸਿੱਖ ਦਾ ਤੇ ਗੁਰੂ ਦਾ। ਜਿੱਦਣ ਗੁਰੂ ਘਰ ਵਿੱਚ ਆਇਆ, ਗੁਰੂ ਨੂੰ ਬੇਨਤੀ ਕੀਤੀ ਮੈਂ ਤੇਰੇ ਜੋਗਾ, ਤੇ ਗੁਰੂ ਨੇ ਕਹਿ ਦਿੱਤਾ ਜੇ ਤੂੰ ਮੇਰੇ ਜੋਗਾ ਤਾਂ ਫਿਰ ਮੈਂ ਵੀ ਤਾਂ ਤੇਰੇ ਜੋਗਾ ਨਾ। ਪਰ ਇਸ ਗੱਲ ਨੂੰ ਭੁੱਲਣਾ ਨਹੀਂ, ਯਾਦ ਰੱਖਣਾ। ਸੱਚਾ ਪਾਤਸ਼ਾਹ ਤੁਸੀਂ ਉਹ ਕਿਰਪਾ ਰੱਖਣੀ ਹੈ। ਅਸੀਂ ਤਾਂ ਭੁੱਲਣਹਾਰ ਜੀਵ ਹਾਂ। ਇੱਕ ਛਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਭੁੱਲ ਜਾਂਦੇ ਆ।
ਕਿਰਪਾ ਕਰਿਓ, ਜੋੜ ਕੇ ਰੱਖਿਓ। ਇੱਕ ਤੁਸੀਂ ਹੀ ਹੋ ਜਿਹੜੇ ਭੁੱਲਦੇ ਨਹੀਂ। ਸਾਡੇ ਜੀਵਾਂ ਦਾ ਸੁਭਾਅ ਤਾਂ ਭੁੱਲਣਹਾਰ ਹੈ ਨਾ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਇੱਕ ਗੁਰੂ ਪਰਮੇਸ਼ਰ ਸਾਧੂ ਹੈ ਜਿਹੜਾ ਭੁੱਲਦਾ ਨਹੀਂ ਹੈ। ਬਾਕੀ ਦੁਨੀਆ ਦਾ ਸੁਭਾਅ ਹੈ ਭੁੱਲ ਜਾਣਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਇੱਕ ਗੁਰੂ ਨਹੀਂ ਭੁੱਲਦਾ। ਸੱਚਿਆ ਪਾਤਸ਼ਾਹ ਅਸੀਂ ਤਾਂ ਭੁੱਲਣਹਾਰਾਂ। ਮਿਹਰ ਕਰਿਓ, ਆਪ ਚੇਤੇ ਰੱਖਿਓ ਸਾਨੂੰ। ਜੇ ਤੁਸੀਂ ਨਹੀਂ ਨਾ ਵਿਸਾਰੋਗੇ ਫਿਰ ਸਾਡਾ ਭਲਾ ਹੋ ਜਾਏਗਾ। ਜਿੱਦਣ ਗੁਰੂ ਨੇ ਵਿਸਾਰ ਦਿੱਤਾ ਨਾ ਸਿੱਖ ਨੂੰ, ਫਿਰ ਇਹਦੇ ਪੱਲੇ ਕੱਖ ਨਹੀਂ ਰਹਿਣਾ। ਅੱਜ ਜਿੰਨੀ ਸੋਭਾ ਵਡਿਆਈ ਸਤਿਕਾਰ ਹੈ ਨਾ ਕਿਸੇ ਸਿੱਖ ਦਾ, ਕਿਹਦੇ ਕਰਕੇ ਹੈ? ਇਹ ਗੁਰੂ ਕਰਕੇ ਹੈ। ਜੇ ਅੱਜ ਸਾਡਾ ਕੋਈ ਸਤਿਕਾਰ ਕਰਦਾ ਨਾ, ਕਿਹਦੇ ਕਰਕੇ? ਸਾਡੇ ਵਰਗੇ ਤਾਂ ਪਤਾ ਨਹੀਂ ਪਿੰਡਾਂ 'ਚ ਕਿੰਨੇ ਕੁ ਫਿਰਦੇ ਨੇ, ਕਿਸੇ ਨੇ ਚਾਹ ਵੀ ਨਹੀਂ ਸੀ ਪੁੱਛਣੀ। ਕਿਹਦਾ ਸਤਿਕਾਰ ਹੈ? ਜਿਨ੍ਹਾਂ ਦੇ ਦਰ 'ਤੇ ਰਹਿੰਦੇ ਆ ਜਾਂ ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਆ, ਇਹਨਾਂ ਦਾ ਸਤਿਕਾਰ ਹੈ। ਇਹਨਾਂ ਦਾ ਬਖਸ਼ਿਆ ਹੋਇਆ ਸਤਿਕਾਰ ਹੈ। ਜੇ ਕਿਸੇ ਨੂੰ ਭੁੱਲ ਹੋਵੇ ਤਾਂ ਬਾਹਰ ਨਿਕਲ ਕੇ ਦੇਖ ਲੈ, ਲੱਗ ਜਾਏਗਾ ਪਤਾ ਵੀ ਕਿੰਨੇ ਕੁ ਪਾਣੀ 'ਚ ਹੈ। ਆਪਣੀ ਤਾਕਤ ਦਾ ਤਾਂ ਬਾਹਰ ਜਾ ਕੇ ਪਤਾ ਲੱਗਦਾ ਨਾ। ਇਹ ਤਾਂ ਮਹਾਂਪੁਰਸ਼ਾਂ ਦਾ ਸਥਾਨ ਹੈ। ਉਹਨਾਂ ਦੇ ਕਰਕੇ ਸੰਗਤ ਸਤਿਕਾਰ ਕਰਦੀ ਹੈ ਵੀ ਉਹਨਾਂ ਦੇ ਸੇਵਕ ਨੇ। ਨਾਮ ਤਰੀਕ ਸੇਵਕਾਂ ਸੀ, ਫਿਰ ਵੀ ਸੰਗਤ ਸਤਿਕਾਰ ਕਰਦੀ। ਇਹ ਉਹਨਾਂ ਕਰਕੇ ਹੈ ਸਾਰਾ। ਇਸ ਕਰਕੇ ਜਦੋਂ ਸਿੱਖ ਭੁੱਲ ਵੀ ਜਾਂਦਾ ਨਾ, ਫਿਰ ਗੁਰੂ ਨਹੀਂ ਭੁੱਲਦਾ ਹੈ। ਗੁਰੂ ਚੇਤੇ ਰੱਖਦਾ ਹੈ। ਸਮਾਂ ਲੰਘਦਾ ਚਲਾ ਗਿਆ, ਗੁਰੂ ਨੂੰ ਰਹਿਤ ਪਿਆਰੀ ਸੀ, ਅਜੇ ਅੰਮ੍ਰਿਤ ਧਾਰੀ ਨਹੀਂ ਸੀ। ਨਾਮ ਜੋਗਾ ਸੀ ਕੱਲਾ। ਅੰਮ੍ਰਿਤ ਛਕਾਇਆ ਗਿਆ ਕਿਉਂਕਿ ਸਿੱਖ ਨੂੰ ਰਹਿਤ ਪਿਆਰੀ ਹੈ। ਗੁਰੂ ਨੂੰ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸ ਕਾ ਚੇਰਾ। ਮਹਾਰਾਜ ਕਹਿੰਦੇ ਮੈਨੂੰ ਰਹਿਤ ਪਿਆਰੀ ਹੈ। ਮੈਨੂੰ ਬਾਹਰਲਾ ਮੁਖੜਾ ਜਿਹਦਾ ਸੋਹਣਾ ਨਾ, ਉਹ ਬਹੁਤਾ ਪਿਆਰਾ ਨਹੀਂ ਲੱਗਦਾ। ਮਹਾਰਾਜ ਨੇ ਤਾਂ ਬਾਣੀ 'ਚ ਲਿਖਿਆ ਵੀ ਸੁੰਦਰ ਕੌਣ ਨੇ? ਜਿਨ੍ਹਾਂ ਦਾ ਚੰਮ ਚਿੱਟਾ ਹੈ ਉਹ ਸੁੰਦਰ ਨੇ। ਮਹਾਰਾਜ ਕਹਿੰਦੇ ਨਹੀਂ ਨਹੀਂ, ਮੇਰੇ ਵਾਸਤੇ ਸੁੰਦਰ ਕੌਣ ਨੇ? ਗੁਰੂ ਨੇ ਸੁੰਦਰ ਕਿਹਨੂੰ ਆਖਿਆ? ਮਹਾਰਾਜ ਕਹਿੰਦੇ ਸਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਕਹਿੰਦੇ ਜਿਹੜੇ ਆ ਸੰਗਤ 'ਚ ਬੈਠੇ ਨੇ ਆ, ਇਹ ਮੇਰੇ ਵਾਸਤੇ ਇਦੋਂ ਵੱਧ ਦੁਨੀਆ 'ਚ ਕੋਈ ਸੋਹਣਾ ਨਹੀਂ ਹੈ। ਇਹ ਸਭ ਤੋਂ ਵੱਧ ਸੋਹਣੇ ਨੇ ਜਿਹੜੇ ਗੁਰੂ ਦੀ ਗੱਲ ਮੰਨਣ ਵਾਸਤੇ, ਗੁਰੂ ਦੀ ਗੱਲ ਸੁਣਨ ਵਾਸਤੇ, ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹੈ। ਇਹਨਾਂ ਵਰਗਾ ਸੁੰਦਰ ਦੁਨੀਆ 'ਤੇ ਹੋਣਾ ਨਹੀਂ ਹੈ ਕੋਈ। ਸਭ ਤੋਂ ਸੁੰਦਰ ਲੋਕ ਨੇ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਨੇ, ਜਿਹੜੇ ਗੁਰੂ ਹਜ਼ੂਰੀ 'ਚ ਆਉਂਦੇ ਨੇ, ਜਿਹੜੇ ਗੁਰੂ ਦੀ ਗੱਲ ਨੂੰ ਸੁਣਦੇ ਤੇ ਮੰਨਦੇ। ਇਸ ਕਰਕੇ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ। ਨਾਮ ਰੱਖਿਆ ਗਿਆ ਜੋਗਾ ਸਿੰਘ। ਸਮਾਂ ਲੰਘਦਾ ਚਲਾ ਗਿਆ, ਜਵਾਨ ਹੋ ਗਿਆ ਭਾਈ ਜੋਗਾ ਸਿੰਘ। ਮਾਰਗ ਨੇ ਦੋ, ਗ੍ਰਹਿ ਕਰੈ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਕੋ ਬੜੋ ਅਭਾਗ। ਇੱਕ ਤਿਆਗ ਮਾਰਗ ਹੈ, ਇੱਕ ਗ੍ਰਸਤ ਮਾਰਗ ਹੈ। ਪਰ ਤਿਆਗ ਮਾਰਗ ਨਾਲੋਂ ਵੀ ਗ੍ਰਸਤ ਮਾਰਗ ਵੱਡਾ ਹੈ। ਸਭ ਤੋਂ ਵੱਡਾ ਗ੍ਰਸਤ ਮਾਰਗ ਹੈ। ਕਿਉਂਕਿ ਜਿਹੜਾ ਤਿਆਗੀ ਵੀ ਹੈ ਨਾ, ਉਹ ਵੀ ਕਿਤੇ ਨਾ ਕਿਤੇ ਗ੍ਰਸਤੀ ਦੇ ਘਰ ਅੱਗੇ ਜਾ ਕੇ ਹੱਥ ਫੈਲਾਉਂਦਾ ਹੈ, ਮੰਗਦਾ ਹੈ ਪੇਟ ਦੀ ਪੂਰਤੀ ਵਾਸਤੇ। ਹੋਰ ਨਹੀਂ ਕੋਈ ਮਤਲਬ ਹੁੰਦਾ, ਹੋਰ ਕੋਈ ਮਾਇਆ ਧਨ ਪਦਾਰਥ ਨਹੀਂ। ਪੇਟ ਦੀ ਪੂਰਤੀ ਵਾਸਤੇ ਪ੍ਰਸ਼ਾਦਾ ਪਾਣੀ। ਪਰ ਜਾਂਦਾ ਗ੍ਰਸਤੀ ਦੇ ਘਰ ਅੱਗੇ। ਗ੍ਰਸਤ ਮਾਰਗ ਨੂੰ ਮਹਾਰਾਜ ਨੇ ਬਹੁਤ ਵੱਡਾ ਦੱਸਿਆ। ਤੇ ਜਿਹੜਾ ਗ੍ਰਸਤ ਮਾਰਗ ਵਿੱਚ ਗ੍ਰਹਿ ਦੇ ਧਰਮ ਤੇ ਚੱਲਦਾ ਹੈ,
ਗ੍ਰਸਤੀ ਦੇ ਗੁਣ ਧਾਰਨ ਕਰ ਲੈਂਦਾ। ਮਹਾਰਾਜ ਕਹਿੰਦੇ ਉਹਦੀ ਲੋਕ ਪਰਲੋਕ 'ਚ ਵਡਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ। ਕਾਂਸੀ 'ਚ ਦੋ ਕਬੀਰ ਰਹਿੰਦੇ ਸੀ। ਇੱਕ ਤਾਂ ਭਗਤ ਕਬੀਰ ਜੀ ਸਨ, ਜਲਾਹੇ ਜਾਤੀ 'ਚ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਇੱਕ ਕਬੀਰ ਹੋਰ ਸੀ, ਪਰ ਭਗਤ ਕਬੀਰ ਜੀ ਦੀ ਲੋਕ ਬੜੀ ਵਡਿਆਈ ਕਰਦੇ ਸੀ। ਸਾਧ ਸੰਗਤ ਜੀ, ਵਡਿਆਈ ਹੈ ਕਾਹਦੀ? ਸਰੀਰ ਦੀ। ਸਰੀਰ ਦਾ ਤਾਂ ਲੋਕਾਂ ਦਾ ਬੜਾ ਬੜਾ ਸੋਹਣਾ ਹੈ, ਬੜੇ ਬੜੇ ਜਵਾਨ ਨੇ ਲੋਕ ਉਹਨਾਂ ਦੀ ਵਡਿਆਈ ਕਿਉਂ ਨਹੀਂ ਕਰਦੇ? ਫਿਰ ਨਹੀਂ, ਬਾਣੀ 'ਚ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਦੀ ਵਡਿਆਈ ਨਹੀਂ, ਫਿਰ ਵਡਿਆਈ ਹੈ ਕਾਹਦੀ? ਮਹਾਰਾਜ ਕਹਿੰਦੇ ਸੰਸਾਰ 'ਚ ਨਾਮ ਦੀ ਵਡਿਆਈ ਹੈ। ਇਸ ਜਗ ਮੈਂ ਸੋਭਾ ਨਾਮ ਕੀ, ਜਗ ਮੈਂ ਸੋਭਾ ਨਾਮ ਕੀ। ਬਿਨ ਨਾਵੈ ਸੋਭ ਨਾ ਹੋਏ, ਜਗ ਮੈਂ ਸੋਭਾ, ਇਸ ਜਗ ਮੈਂ ਸੋਭਾ ਨਾਮ ਕੀ। ਬਿਨ ਨਾਵੈ ਸੋਭ ਨਾ ਹੋਏ, ਇਸ ਜਗ ਮੈਂ ਸੋਭਾ, ਇਸ ਜਗ ਮੈਂ ਸੋਭਾ ਨਾਮ ਕੀ। इस जग में शोभा नाम की, बिन नावै शोभ ना होए, माया की शोभा चार दिहाड़े जांदे बिलम ना। माया की शोभा भी हुंदी है, जिहदे कोल चार टके जांदे हैं ना, दुनिया उहदे आले दुआले भज्जी फिरदी है, सारे जी जी करदे फिरदे ने। देख माया के तीन काम परसा परसू नहीं लेता। जे थोड़ी जी जे फिर परसू जी हो जाते हैं, तो जे ज्यादा तनाड़ हो जाए फिर परसराम। माया दी बादशाह कहते जे किते माया फिर चली जाए उहदे तो फिर भी शोभा नहीं। जिदन माया चार दिहाड़े की शोभा माया दी, पर जिन्हों ने नाम जपिया शोभा घट गई। सिंह जी महाराज की शोभा घट गई किते? ना ही घटेगी। ज्यों ज्यों समा लंघेगा त्यों त्यों ये शोभा होर वधेगी, क्योंकि नाम की शोभा है। ते नाम है जिहड़ा ये सदा रहने वाला है, ये खत्म नहीं हुंदा। नाम रहियो साधु रहियो, रहियो गुर गोबिंद, कहो नानक के जगत में किन जपियो गुरमंत। ਇਹਦੀ शोभा घटती नहीं है। जिन्हों ने नाम जपिया उन्होंने शोभा तो जुगां जगंतरां तक हुंदी आई है, हुंदी रहेगी, क्योंकि नाम सदा रहन वाला है। जिहड़ा नाम नाल जुड़ जाएगा वह भी सदा रहेगा। आद सच जुगाद सच है भी सच, नानक होसी भी सच,
ਤੇ ਜਿਹੜਾ ਸੱਚ ਨਾਲ ਜੁੜ ਗਿਆ ਉਹ ਵੀ ਸੱਚ ਰਹੇਗਾ। ਇਸ ਕਰਕੇ ਸਦਾ ਸੋਭਾ, ਬੜੀ ਲੋਕ ਸੋਭਾ ਕਰਦੇ ਹੈ, ਤੇ ਜਿਹੜਾ ਦੂਜਾ ਕਬੀਰ ਹੈ ਉਹ ਵਿਚਾਰਾ ਦੇਖਦਾ ਰਹਿੰਦਾ ਵੀ ਨਾਂ ਤਾਂ ਮੇਰਾ ਵੀ ਕਬੀਰ ਹੈ, ਮਾੜਾ ਮੋਟਾ ਜਿਹਾ ਨਾਮ ਮੈਂ ਵੀ ਲੈਣਾ, ਮੈਨੂੰ ਕੋਈ ਪੁੱਛਦਾ ਨਹੀਂ ਹੈ। ਸਾਧ ਸੰਗਤ ਜੀ, ਇਹ ਸਭ ਤੋਂ ਵੱਡਾ ਰੋਗ ਹੈ, ਸਭ ਤੋਂ ਵੱਡਾ ਰੋਗ। ਕਿਸੇ ਦੀ ਵਡਿਆਈ ਨੂੰ ਦੇਖ ਕੇ ਸੜੀ ਜਾਣਾ। ਆਪ ਕਰਮ ਨਹੀਂ ਕਰਦੇ, ਦੂਜੇ ਦੀ ਵਡਿਆਈ ਨੂੰ ਦੇਖ ਕੇ ਸੜੀ ਜਾਂਦੇ ਨੇ ਵੀ ਉਹਨੂੰ ਤਾਂ ਬੜਾ ਮੰਨਦੇ ਹੈ, ਉਹਦੇ ਕੋਲ ਤਾਂ ਬੜੇ ਜਾਂਦੇ ਨੇ, ਉਹਨੂੰ ਤਾਂ ਐ ਹੁੰਦਾ। ਮਹਾਰਾਜ ਕਹਿੰਦੇ ਉਹਦੇ ਕਰਮਾਂ ਦੀ ਵਡਿਆਈ ਹੈ, ਤੂੰ ਕਰ ਲੈ ਤੇਰੀ ਹੋਣ ਲੱਗ ਜਾਏਗੀ। ਅਸੀਂ ਕਰਮ ਚੰਗੇ ਨਹੀਂ ਕਰਦੇ, ਵਡਿਆਈ ਸਾਰੇ ਹੀ ਚਾਹੁੰਦੇ ਆ ਵੀ ਜਿਵੇਂ ਉਹਨਾਂ ਨੂੰ ਨਾਲ ਲੈਣਾ ਚ ਲੱਗ ਕੇ ਲੋਕ ਮੱਥਾ ਟੇਕਦੇ ਨੇ, ਸਾਨੂੰ ਕਿਉਂ ਨਹੀਂ ਟੇਕਦੇ ਹਨ? ਹੈ ਤਾਂ ਅਸੀਂ ਵੀ ਉਹਨਾਂ ਵਰਗੇ ਹੀ ਆ, ਚੋਲੇ ਅਸੀਂ ਵੀ ਪਾਏ ਨੇ, ਸਾਰਾ ਕੁਝ ਅਸੀਂ ਵੀ ਕਰਦੇ ਹਾਂ, ਪਰ ਉਹ ਬੰਦਗੀ ਨਹੀਂ ਨਾ ਹੈ। ਜੈਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜਰਗ ਵਾਲੇ ਕਹਿੰਦੇ ਹੁੰਦੇ ਸੀ, ਕਹਿੰਦੇ ਕਈ ਇਹੋ ਜਿਹੇ ਲੋਕ ਨੇ ਜਿਹੜੇ ਪੱਗ ਵੀ ਕਹਿੰਦੇ ਰਾੜੇ ਵਾਲੇ ਸੰਤਾਂ ਵਾਂਗੂ ਬਣ ਲੈਂਦੇ, ਜਿਵੇਂ ਉਹ ਬਣਦੇ ਸੀ ਪੱਗ ਉਹੋ ਜਿਹੀ ਬਣ ਲੈਂਦੇ, ਪਜਾਮੀ ਵੀ ਉਹੋ ਜਿਹੀ ਪਾ ਲੈਂਦੇ ਹੈ, ਚੋਲਾ ਵੀ ਉਹੋ ਜਿਹਾ ਹੀ ਪਾ ਲੈਂਦੇ ਹੈ, ਹੱਥ 'ਚ ਰੁਮਾਲ ਵੀ ਫੜ ਲੈਂਦੇ ਹੈ। ਕਹਿੰਦੇ ਆ ਬਾਹਰਲੀਆਂ ਚੀਜ਼ਾਂ ਤਾਂ ਸਾਰੀਆਂ ਕਰ ਲਓਗੇ, ਜਿਹੜੇ ਉਹਨਾਂ ਦੇ ਅੰਦਰ ਨਾਮ ਦੀ ਤਾਕਤ ਸੀ ਉਹ ਕੌਣ ਲਿਆਏਗਾ? ਉਹ ਕਿਹੜੇ ਬਾਪ ਤੋਂ ਲਿਆਓਗੇ? ਉਹ ਕਿੱਥੋਂ ਲਿਆਓਗੇ? ਜਿਹੜੇ ਉਹ ਸਾਸ ਸਾਸ ਨਾਮ ਜਪਦੇ ਸੀ, ਜਿਹਦੇ ਕਰਕੇ ਉਹਨਾਂ ਨੂੰ ਸੰਤ ਕਿਹਾ ਜਾਂਦਾ ਸੀ, ਉਹ ਕਿੱਥੋਂ ਲਿਆਓਗੇ? ਬਾਹਰਲੇ ਚੀਜ਼ਾਂ ਤਾਂ ਭੇਖ ਤਾਂ ਬਣਾ ਲਓਗੇ, ਪਰ ਜਿਹੜੀ ਉਹਨਾਂ ਦੇ ਅੰਦਰੀਵੀ ਤਾਕਤ ਹੈ, ਜਿਹੜਾ ਉਹਨਾਂ ਨੇ ਨਾਮ ਜਪਿਆ, ਸੇਵਾ ਕੀਤੀ, ਕੌਣ ਬਣ ਜਾਏਗਾ ਉਹਨਾਂ ਵਰਗਾ? ਦੁਨੀਆ ਤੇ ਕੋਈ ਨਹੀਂ ਜੰਮਿਆ। ਆਪਣੀ ਆਪਣੀ ਤਾਕਤ ਹੈ। ਨਾ ਕੋਈ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਵਰਗਾ ਬਣ ਸਕਦਾ। ਕੋਈ ਕਹੀ ਜਾਏ ਕਿਸੇ ਨੂੰ ਇਹ ਉਹਨਾਂ ਵਰਗੇ ਨੇ, ਨਹੀਂ ਨਹੀਂ, ਉਹ ਤਾਂ ਆਪ ਹੀ ਸੰਗਾ। ਹਾਂ, ਆਪਣੀ ਥਾਂ ਤੇ ਸਾਰੇ ਚੰਗੇ ਨੇ। ਜਿਹੜਾ ਨਾਮ ਜਪਦਾ ਪੂਜਣ ਯੋਗ ਹੈ, ਚੰਗਾ ਹੈ, ਪਰ ਉਹਨਾਂ ਦੀ ਤਾਕਤ ਤਾਂ ਉਹਨਾਂ ਨਾਲ ਹੀ ਸੋਭਾ ਹੈ। ਜਿਵੇਂ ਪਰਮੇਸ਼ਰ ਦੀ ਸੋਭਾ ਪਰਮੇਸ਼ਰ ਨਾਲ ਹੀ ਹੈ ਨਾ, ਉਹਦੇ ਬਰਾਬਰ ਦਾ ਹੋਰ ਨਹੀਂ ਹੈ ਕੋਈ। ਮਹਾਰਾਜ ਕਹਿੰਦੇ ਗੁਣ ਹੈ ਉਹਦੇ 'ਚ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਕੋਈ ਕੱਲ ਨੂੰ ਹੋਰ ਉਚਾਰਨ ਕਰ ਲੈ ਬਣ ਜਾਏਗਾ? ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਕਤ ਹੈ, ਉਹਦੇ ਵਰਗਾ ਨਾ ਕੋਈ ਬਣ ਸਕਦਾ ਹੈ, ਨਾ ਕੋਈ ਸੰਤ ਜੀ ਮਹਾਰਾਜ ਵਰਗਾ ਬਣ ਸਕਦਾ ਹੈ। ਇਹ ਗੁਣ ਹੈ ਉਹਨਾਂ 'ਚ। ਬਾਣੀ ਵਿੱਚ ਵੀ ਗੁਰੂ ਦੀ ਬਾਬਤ ਐਸਾ ਫਰਮਾਨ ਕੀਤਾ ਹੈ, ਮੇਰੇ ਸਾਹਿਬ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ ਹੋਣਾ। ਸਾਹਿਬ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ ਹੋਣਾ। ਮੇਰੇ ਸਾਹਿਬ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ ਹੋਣਾ। ਸਾਹਿਬ ਵਰਗਾ ਜੀ ਨਾ ਕੋਈ ਹੋਇਆ, ਨਾ ਕੋਈ ਹੋਣਾ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋਈ ਹੋਏ। ਕੋਈ ਨਹੀਂ ਬਣ ਸਕਦਾ ਗੁਰੂ ਵਰਗਾ। ਗੁਰੂ ਦੀ ਆਪਣੀ ਤਾਕਤ ਹੈ। ਜਿਹੜੇ ਉਹਦੇ 'ਚ ਭੇਦ ਗੁਰਸਿੱਖ ਮਹਾਤਮਾ ਨੇ, ਉਹਨਾਂ ਵਰਗਾ ਵੀ ਕੋਈ ਨਹੀਂ ਬਣ ਸਕਦਾ। ਉਹਨਾਂ ਦੀ ਤਾਕਤ ਵੀ ਵਿਲੱਖਣ ਹੁੰਦੀ ਹੈ। ਹਾਂ, ਆਪਣੀ ਥਾਂ ਤੇ ਸਾਰੇ ਠੀਕ ਨੇ, ਪਰ ਉਹਨਾਂ ਵਰਗਾ ਬਣਨਾ ਬਹੁਤ ਔਖੀ ਗੱਲ ਹੈ। ਜੋ ਉਹਨਾਂ ਦੇ ਅੰਦਰੀਵੀ ਤਾਕਤ ਸੀ ਨਾ, ਉੱਥੋਂ ਤੱਕ ਪਹੁੰਚਣਾ ਹੀ ਬੜੀ ਵੱਡੀ ਗੱਲ ਹੈ।
ਇਸ ਕਰਕੇ ਭਗਤ ਕਬੀਰ ਜੀ ਦੀ ਵਡਿਆਈ। ਇੱਕ ਦਿਨ ਉਹ ਕਬੀਰ ਆ ਗਿਆ, ਉਹ ਆ ਕੇ ਭਗਤ ਕਬੀਰ ਜੀ ਨੂੰ ਪੁੱਛਦਾ, ਕਹਿੰਦਾ ਨਾਮ ਤਾਂ ਮੇਰਾ ਵੀ ਕਬੀਰ ਹੈ, ਤੇਰਾ ਵੀ ਕਬੀਰ ਹੀ ਹੈ, ਪਰ ਲੋਕ ਤੇਰੀ ਬੜੀ ਉਸਤਤ ਕਰਦੇ ਨੇ, ਮੈਨੂੰ ਕੋਈ ਪੁੱਛਦਾ ਨਹੀਂ ਹੈ। ਮੈਨੂੰ ਵੀ ਦੱਸ ਦੇ ਕੋਈ ਇਹੋ ਜਿਹਾ ਗੁਣ ਜਿਹਦੇ ਕਰਕੇ ਮੇਰੇ ਲੋਕ ਮੇਰੀ ਵੀ ਵਡਿਆਈ ਕਰਨ ਲੱਗ ਜਾਣ। ਬਾਂਹ ਤੋਂ ਫੜਿਆ ਘਰ ਲੈ ਗਏ, ਕਹਿੰਦੇ ਆ ਜਾ ਮੈਂ ਤੈਨੂੰ ਦੱਸਦਾ ਵਡਿਆਈ ਕਿਉਂ ਕਰਦੇ ਨੇ। ਘਰ ਜਾ ਕੇ ਆਪਣੀ ਘਰ ਵਾਲੀ ਨੂੰ ਕਹਿੰਦੇ ਜਾ ਭਾਗਵਾਨੇ ਬਾਹਰੋਂ ਜਾ ਕੇ ਮਿੱਟੀ ਪੱਟ ਕੇ ਲਿਆ। ਉਹਨੇ ਨਹੀਂ ਪੁੱਛਿਆ ਕਾਹਦੇ ਵਾਸਤੇ ਚਾਹੀਦੀ ਹੈ, ਕੀ ਕਰਨੀ ਹੈ, ਕੋਈ ਚੌਂਕਾ ਨਹੀਂ, ਕੋਈ ਕੰਧ ਨਹੀਂ, ਟੱਠੀ ਲਾਉਣੀ ਕਿੱਥੇ ਹੈ ਮਿੱਟੀ, ਨਹੀਂ। ਮਾਤਾ ਲੋਈ ਉੱਠ ਕੇ ਚਲੀ ਗਈ, ਜਾ ਕੇ ਮਿੱਟੀ ਲੈ ਕੇ ਆਈ। ਮਿੱਟੀ ਲਿਆਂਦੀ, ਲਿਆ ਕੇ ਹੁਣ ਕੀ ਕਰਨਾ ਹੈ, ਕਹਿਣ ਲੱਗੇ ਹੁਣ ਐਸਾ ਕਰ ਇਹਨੂੰ ਕੁੱਟ ਕੇ ਬਰੀਕ ਕਰ ਲੈ। ਬਰੀਕ ਕਰ ਲਈ। ਬਰੀਕ ਕਰਨ ਤੋਂ ਬਾਅਦ ਕਹਿੰਦੇ ਕੱਪੜ ਛਾਣ ਕਰ ਲੈ, ਹੁਣ ਇਹਨੂੰ ਛਾਣ ਲੈ ਕੱਪੜੇ 'ਚ, ਇੰਨੀ ਬਰੀਕ ਕਰ ਲਈ। ਕੱਪੜੇ 'ਚ ਛਾਣ ਲਈ ਮਿੱਟੀ। ਕਹਿੰਦੇ ਹੁਣ ਇਹਦੇ 'ਚ ਦੇਸੀ ਘਿਓ ਪਾ ਦੇ। ਦੇਸੀ ਘੀ ਪਾ ਕੇ ਇਹਦੇ ਚੂੰਗੜੇ ਬਣਾ ਲੈ, ਦੀਵੇ ਬਣਾ ਲੈ, ਤੇ ਜਿੱਥੋਂ ਮਿੱਟੀ ਲੈ ਕੇ ਆਈਆਂ ਉੱਥੇ ਛੱਡਿਆ, ਉੱਥੇ ਰੱਖਿਆ। ਹੁਣ ਮਾਤਾ ਲੋਈ ਨੇ ਕੁਛ ਨਹੀਂ ਪੁੱਛਿਆ, ਸਵਾਲ ਨਹੀਂ ਕੀਤਾ, ਜਿਵੇਂ ਕਿਹਾ ਉਸ ਤਰ੍ਹਾਂ ਹੀ ਕਰ ਲਿਆ। ਭਗਤ ਕਬੀਰ ਜੀ ਕਹਿੰਦੇ ਦੂਜੇ ਕਬੀਰ ਨੂੰ, ਕਹਿੰਦੇ ਬਸ ਇਸੇ ਕਰਕੇ ਲੋਕ ਵਡਿਆਈ ਕਰਦੇ ਆ, ਇਹ ਗ੍ਰਸਤ ਦਾ ਧਰਮ ਹੈ। ਦੋ ਪਹੀਏ ਹੁੰਦੇ ਨਾ ਗ੍ਰਸਤ ਦੇ, ਇਸਤਰੀ ਤੇ ਮਰਦ। ਜੇ ਇੱਕ ਪਹੀਆ ਵਿਗੜ ਜੇ ਤਾਂ ਕੰਮ ਖਰਾਬ ਹੋ ਜਾਂਦਾ। ਗੱਡੇ ਦਾ ਇੱਕ ਪਹੀਆ ਕਿਤੇ ਇੱਕ ਪਾਸੇ ਨੂੰ ਹੋ ਜਾਏ ਨਾ ਤੇ ਖਰਾਬ ਹੋ ਜਾਂਦਾ, ਚੱਲਦਾ ਨਹੀਂ ਹੈ। ਇਹ ਵੀ ਗ੍ਰਸਤ ਦੇ ਦੋ ਪਹੀਏ ਹੁੰਦੇ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਇਸ ਕਰਕੇ ਵਡਿਆਈ ਕਰਦੇ ਨੇ। ਕਹਿੰਦਾ ਇਹ ਤਾਂ ਕੋਈ ਵੱਡੀ ਗੱਲ ਨਹੀਂ, ਇਹ ਤਾਂ ਮੈਂ ਵੀ ਘਰ ਵਾਲੀ ਤੋਂ ਕਰਾ ਲੂੰ। ਕਹਿੰਦੇ ਜੇ ਤੂੰ ਕਰਾ ਲੇਗਾ ਤੇਰੀ ਵੀ ਹੋਣ ਲੱਗ ਜੂ, ਵਡਿਆਈ ਹੋਣ ਲੱਗ ਜੂ ਤੇਰੀ। ਹੁਣ ਘਰ ਚਲਾ ਗਿਆ। ਉਹਨੇ ਆਖਿਆ ਫਿਰ ਤਾਂ ਟਾਈਮ ਲੰਘ ਜੂਗਾ, ਅੱਜ ਹੀ ਕਰਦੇ ਆ, ਅੱਜ ਹੀ ਵਡਿਆਈ ਚਾਹੀਦੀ ਹੈ ਮੈਨੂੰ। ਘਰ ਵਾਲੀ ਨੂੰ ਕੋਲ ਬੁਲਾ ਕੇ ਕਹਿੰਦਾ ਜਾ ਕੇ ਮਿੱਟੀ ਪੱਟ ਕੇ ਲਿਆ। ਸਵਾਲ ਖੜਾ ਹੋ ਗਿਆ। ਉਹ ਕਹਿੰਦੀ ਕਰਨੀ ਕੀ ਹੈ? ਉਹ ਕਹਿੰਦਾ ਤੂੰ ਅੱਗੋਂ ਜਵਾਬ ਨਹੀਂ ਦੇਣਾ, ਤੂੰ ਪੱਟ ਕੇ ਲਿਆ ਮਿੱਟੀ। ਵਿਚਾਰਾ ਔਖਾ ਭਾਰਾ ਬੋਲਿਆ, ਉਹ ਵਿਚਾਰੀ ਚਲੀ ਗਈ, ਜਾ ਕੇ ਮਿੱਟੀ ਪੱਟ ਲਈ। ਕਹਿੰਦਾ ਇਹਨੂੰ ਕੁੱਟ ਕੇ ਬਰੀਕ ਕਰ ਲੈ। ਔਖੀ ਸੌਖੀ ਉਹਨੇ ਉਹ ਵੀ ਕਰ ਲਈ, ਪਰ ਦੇਖਦੀ ਹੈ ਵੀ ਦਿਮਾਗ 'ਚ ਫਰਕ ਤਾਂ ਨਹੀਂ ਪੈ ਗਿਆ ਇਹਦਾ। ਮਿੱਟੀ ਪੱਟ ਲਿਆ, ਇਹਦੇ ਨੂੰ ਬਰੀਕ ਕਰ ਲੈ। ਕਹਿੰਦਾ ਕੱਪੜ ਛਾਣ ਕਰ ਲੈ। ਕੱਪੜ ਛਾਣ ਕਰਨ ਤੋਂ ਬਾਅਦ ਜਦੋਂ ਉਹਨੇ ਕਿਹਾ ਨਾ ਇਹਦੇ 'ਚ ਦੇਸੀ ਘੀ ਪਾ ਦੇ, ਉਹ ਤਾਂ ਬਾਹਰ ਜਾ ਕੇ ਉਹਨੇ ਰੌਲਾ ਪਾਤਾ। ਮੇਰੇ ਘਰ ਵਾਲੇ ਨੂੰ ਕਹਿੰਦੇ ਚੰਬੜ ਗਿਆ ਕੁਛ, ਕਦੇ ਮਿੱਟੀ 'ਚ ਵੀ ਦੇਸੀ ਘੀ ਪਾਉਂਦਾ ਕੋਈ। ਉੱਚੀ ਉੱਚੀ ਰੌਲਾ ਪਾਉਂਦੀ ਹੈ। ਨਗਰ 'ਚ ਹੁੰਦੇ ਹੀ ਨੇ ਮਾੜਾ ਮੋਟੇ ਝਾੜ ਫੂਕ ਵਾਲੇ, ਸਿਆਣਾ ਬੁਲਾ ਲਿਆ। ਹੁਣ ਅੱਗ ਤੇ ਮਿਰਚਾਂ ਪਾ ਕੇ ਉਹਦੇ ਨੱਕ ਦੇ ਕੋਲ ਕਰਦਾ ਵੀ ਇਹਦਾ ਭੂਤ ਕੱਢਦੇ ਆ। ਨਾਲੇ ਉੱਚੀ ਉੱਚੀ ਛਿੱਕਾ ਮਾਰਦਾ, ਨਾਲੇ ਕਹਿੰਦਾ ਉਹ ਕਹਿੰਦਾ ਕੋਈ ਮੈਨੂੰ ਭੂਤ ਪਾਤ ਨਹੀਂ ਚੰਬੜਿਆ, ਮੈਂ ਭਗਤ ਕਬੀਰ ਬਣ ਲੱਗਿਆ ਸੀ। ਭਗਤ ਕਬੀਰ ਦੀ ਰੀਸ ਕਰਦੇ ਨੇ, ਅੱਜ ਵੀ ਕਰਦੇ ਆ ਲੋਕ। ਪਰ ਉਹ ਗ੍ਰਸਤ ਮਹਾਰਾਜ ਕਹਿੰਦੇ ਗ੍ਰਸਤ ਧਰਮ ਵੱਡਾ ਹੈ, ਪਰ ਜਿਹਦੇ ਕਾਨੂੰਨਾਂ ਤੇ ਚੱਲਿਆ ਜਾਏ, ਜਿਹਦੀ ਮਰਜ਼ਾਦਾ ਤੇ ਚੱਲਿਆ ਜਾਏ। ਪਰ ਦੂਸਰਾ ਮਾਰਗ ਹੈ ਤਿਆਗ ਮਾਰਗ। ਤਿਆਗੀ, ਸਾਰਾ ਕੁਝ ਛੱਡ ਦੇਣਾ, ਛੱਡ ਕੇ ਫੇਰ ਵੀ ਉਧਰ ਨੂੰ ਖਿਆਲ ਕਰੀ ਜਾਣਾ, ਫਿਰ ਉਹ ਤਿਆਗੀ ਨਹੀਂ ਅਖਵਾਉਂਦਾ ਹੈ। ਗ੍ਰਹਿ ਕਰੈ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਇਸ ਕਰਕੇ ਜੋਗਾ ਸਿੰਘ ਦੇ ਮਾਤਾ ਪਿਤਾ ਨੇ ਸੋਚਿਆ ਜਵਾਨ ਹੋ ਗਿਆ, ਇਹਦੀ ਵਿਆਹ ਸ਼ਾਦੀ ਕਰ ਦੇਣੀ ਚਾਹੀਦੀ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਏ, ਬੇਨਤੀ ਕੀਤੀ। ਸੱਚਾ ਪਾਤਸ਼ਾਹ ਪਹਿਲਾਂ ਛੋਟੀ ਉਮਰ ਦੇ ਵਿੱਚ ਮੰਗ ਦਿੰਦੇ ਹੁੰਦੇ ਸੀ ਵੀ ਇਹ ਮੰਗਿਆ ਹੋਇਆ, ਹੁਣ ਜਵਾਨ ਹੋ ਗਿਆ, ਜੇ ਤੁਹਾਡੀ ਆਗਿਆ ਹੋਵੇ ਤਾਂ ਇਹਦੀ ਵਿਆਹ ਸ਼ਾਦੀ ਕਰ ਦਈਏ। ਮਹਾਰਾਜ ਕਹਿੰਦੇ ਪੁੱਛ ਲਓ ਜੋਗਾ ਸਿੰਘ ਨੂੰ। ਸਤਿਗੁਰੂ ਮਹਾਰਾਜ ਦੀ ਆਗਿਆ ਲਈ, ਨਾਲ ਚੱਲਿਆ ਘਰਦਿਆਂ ਦੇ, ਪਰ ਮਹਾਰਾਜ ਨੇ ਬਚਨ ਯਾਦ ਕਰਾਇਆ, ਜੋਗਾ ਸਿੰਘ ਜਿੱਦਣ ਆਇਆ ਸੀ ਨਾ ਤੂੰ, ਇੱਕ ਬਚਨ ਕੀਤਾ ਸੀ ਮੇਰੇ ਨਾਲ,
ਕਿਹੜਾ ਸੱਚੇ ਪਾਤਸ਼ਾਹ ਮੈਂ ਤੇਰੇ ਜੋਗਾ। ਭੁੱਲ ਨਾ ਜਾਈ, ਯਾਦ ਰੱਖੀ ਇਸ ਬਚਨ ਨੂੰ। ਫਿਰ ਬੇਨਤੀ ਉਹੀ ਕੀਤੀ, ਮਹਾਰਾਜ ਕਿਰਪਾ ਰੱਖਿਓ, ਫਿਰ ਮੈਂ ਜ਼ਰੂਰ ਯਾਦ ਰੱਖਾਂਗਾ। ਮਿਹਰ ਦਾ ਹੱਥ ਰੱਖਿਓ ਸਿਰ ਤੇ। ਜੇ ਤੁਸੀਂ ਮਿਹਰ ਦਾ ਹੱਥ ਚੱਕ ਲਿਆ ਫਿਰ ਤਾਂ ਮੈਂ ਭੁੱਲਿਆ ਭੁਲਾਇਆ ਹੀ ਹਾਂ। ਆਪ ਮਿਹਰ ਦਾ ਹੱਥ ਰੱਖਿਓ, ਕਿਰਪਾ ਰੱਖਿਓ, ਮੈਨੂੰ ਭੁੱਲਣ ਨਾ ਦਿਓ। ਚਲਾ ਗਿਆ ਘਰ। ਵਿਆਹ ਦਾ ਦਿਨ ਨਿਯਤ ਹੋਇਆ ਤੇ ਸਤਿਗੁਰੂ ਮਹਾਰਾਜ ਨੇ ਇੱਧਰ ਕਸਵੱਟੀ ਲਾ ਕੇ ਪਰਖਣਾ ਚਾਹਿਆ। ਬੜੀ ਵੱਡੀ ਦਾਤ ਹੈ। ਆ ਦੁਨੀਆ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ। ਸਾਡੇ ਬੱਚੇ ਪੜ੍ਹਦੇ ਆ ਨਾ, ਸਾਲ ਬਾਅਦ ਇਹਨਾਂ ਦੇ ਪੇਪਰ ਹੁੰਦੇ ਆ। ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਹੈ ਖੁਸ਼ੀ ਹੁੰਦੀ ਹੈ, ਜਿਨ੍ਹਾਂ ਨੇ ਨਹੀਂ ਕਮਾਈ ਕੀਤੀ ਹੁੰਦੀ ਫਿਰ ਉਹ ਵਿਚਾਰੇ ਟਲਦੇ ਫਿਰਦੇ ਰੋਂਦੇ ਆ। ਇਸੇ ਤਰ੍ਹਾਂ ਪਰਮਾਰਥ ਦੇ ਵਿੱਚ ਵੀ ਗਿਆਨ ਦੀ ਅਵਸਥਾ ਤੱਕ ਪਹੁੰਚਣ ਵਾਸਤੇ ਬੜੀਆਂ ਕਸਵੱਟੀਆਂ ਲੱਗਦੀਆਂ। ਗੁਰੂ ਵੀ ਲਾਉਂਦੇ ਰਹੇ ਨੇ, ਮਹਾਂਪੁਰਸ਼ ਵੀ ਲਾਉਂਦੇ ਰਹੇ ਨੇ। ਬੜੀ ਔਖੀ ਹੈ ਗੱਲ। ਇਹ ਕਹਿਣਾ ਸੌਖਾ ਹੈ, ਸੁਣਾਉਣਾ ਵੀ ਸੌਖਾ ਹੈ, ਪਰ ਜਦੋਂ ਉਸ ਕਸਵੱਟੀ ਵਿੱਚੋਂ ਜਿਹੜਾ ਲੰਘਦਾ ਹੈ ਨਾ, ਉਹਨੂੰ ਪਤਾ ਹੁੰਦਾ ਵੀ ਬਤੀਤ ਕੀ ਹੁੰਦਾ, ਫਿਰ ਹਾਲ ਕੀ ਬਣਦਾ ਹੈ। ਡੰਡੇ ਲੈ ਕੇ ਮਗਰ ਚੜ ਜਾਂਦੇ ਨੇ, ਕੱਢ ਦਿੰਦੇ ਆ ਸਥਾਨਾਂ ਤੋਂ, ਪਰ ਸੇਵਕ ਤਾਂ ਉਹੀ ਹੁੰਦਾ ਨਾ ਜਿਹੜਾ ਫਿਰ ਮੁੜ ਕੇ ਆ ਜਾਂਦਾ ਹੈ, ਜਿਹੜਾ ਕਹਿੰਦਾ ਮਹਾਰਾਜ ਮਾਰ ਲਓ ਕੁੱਟ ਲਓ, ਅਸੀਂ ਤਾਂ ਤੁਹਾਡੇ ਹੀ ਆ। ਹੁਣ ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਸੀਂ ਤਾਂ ਤਨ ਮਨ ਤੁਹਾਨੂੰ ਦੇ ਦਿੱਤਾ, ਤੁਹਾਡੀ ਮਰਜ਼ੀ ਆ। ਹੁਣ ਅਸੀਂ ਤਾਂ ਗੱਲ ਨਹੀਂ ਅਖਵਾਉਂਦੇ, ਉਸ ਅਵਸਥਾ ਤੱਕ ਕਿੱਥੋਂ ਪਹੁੰਚ ਜਾਂਗੇ। ਹੁਣ ਤਾਂ ਗੱਲ ਨਹੀਂ ਅਖਵਾ ਕੇ ਰਾਜੀ ਹੈ ਕੋਈ। ਕਿਸੇ ਨੂੰ ਕਹਿ ਕੇ ਦੇਖ ਲਓ, ਅਗਲਾ ਕਹਿੰਦਾ ਚੁੱਪ ਕਰ, ਤੇਰੇ ਨਾਲ ਸਿਆਣੇ ਆ। ਤੇ ਫਿਰ ਉਸ ਅਵਸਥਾ ਨੂੰ ਕਿੱਥੇ ਪਹੁੰਚਾਂਗੇ। ਪਰ ਜਿਨ੍ਹਾਂ ਤੇ ਕਸਵੱਟੀਆਂ ਲੱਗੀਆਂ, ਭਗਤ ਕਬੀਰ ਜੀ ਕਹਿੰਦੇ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ। ਜਿਹਦੇ ਅੰਦਰ ਥੋੜੀ ਜਿਹੀ ਵੀ ਹੰਗਤਾ ਹੈ ਨਾ, ਉਹ ਟਿਕੇਗਾ ਨਹੀਂ। ਕੌਣ ਟਿਕੇਗਾ? ਰਾਮ ਕਸੌਟੀ ਸੋ ਹੈ ਜੋ ਮਰ ਜੀਵਾ ਹੋਏ। ਜਿਹੜਾ ਮਰਿਆ ਆਪਣੇ ਭਾਵ ਤੋਂ, ਜਿਹੜਾ ਮੁਰਦਾ ਹੋ ਗਿਆ, ਜੋ ਗੁਰੂ ਨੇ ਕਹਿਤਾ ਮੰਨ ਲਿਆ, ਤਨ ਬਾਰੇ ਸੋਚਿਆ ਹੀ ਨਹੀਂ। ਮਹਾਰਾਜ ਕਹਿੰਦੇ ਉਹ ਕਸਵੱਟੀ ਤੇ ਫਿਰ ਖਰਾ ਉਤਰ ਜਾਂਦਾ। ਹੁਣ ਸਤਿਗੁਰੂ ਮਹਾਰਾਜ ਨੇ ਕਸਵੱਟੀ ਲਾ ਕੇ ਦੇਖਣਾ ਹੈ ਸਿੱਖ ਨੂੰ, ਵੀ ਇਹ ਕਹਿੰਦਾ ਮੈਂ ਤੇਰੇ ਜੋਗਾ ਹੈ ਵੀ ਹੈ ਕਿ ਦੁਨੀਆ ਜੋਗਾ ਹੀ ਹੈ। ਹੁਣ ਸਤਿਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਬੁਲਾਇਆ, ਇੱਕ ਪੱਤਰਕਾ ਦਿੱਤੀ ਵੀ ਜਦੋਂ ਭਾਈ ਜੋਗਾ ਸਿੰਘ ਦੀਆਂ 2 ਲਾਵਾਂ ਹੋ ਜਾਣ ਨਾ, ਆ ਪੱਤਰਕਾ ਫੜਾ ਦੀ ਸਾਡੀ, ਤੇ ਕਹਿ ਦੇਈ ਗੁਰੂ ਦਾ ਹੁਕਮ ਹੈ, ਜਦੋਂ ਵੀ ਪੱਤਰਕਾ ਮਿਲੇ ਉਸੇ ਵੇਲੇ ਪੜ੍ਹਨੀ ਹੈ ਖੋਲ ਕੇ। ਹੁਕਮ ਤਾਂ ਉਹਦੇ 'ਚ ਲਿਖਿਆ ਹੈ ਨਾ, ਕੀ ਲਿਖਿਆ ਉਹ ਤਾਂ ਪੜ੍ਹੇਗਾ। ਇੱਧਰੋਂ ਬਰਾਤ ਰਾਤ ਨੂੰ ਜਾ ਕੇ ਰਹੀ। ਹੁਣ ਤਾਂ ਵਿਆਹ ਵੀ 2-4 ਘੰਟੇ ਦਾ ਰਹਿ ਗਿਆ, ਉੱਥੇ ਹੀ ਜਾਂਦੇ ਨੇ ਪੈਲਸ 'ਚ, ਉੱਥੇ ਹੀ ਇਕੱਠੇ ਹੀ ਸਾਰਾ ਕੁਝ ਹੀ ਪਿਆ ਹੁੰਦਾ, ਵਿੱਚ ਹੀ ਸਾਰਾ ਕੁਝ ਚੱਲਦਾ ਹੈ, ਉੱਥੇ ਹੀ ਖਾ ਪੀ ਕੇ ਘਰਾਂ ਨੂੰ ਮੁੜ ਜਾਂਦੇ। ਪਰ ਪਹਿਲਾਂ ਬਰਾਤਾਂ ਬਜ਼ੁਰਗਾਂ ਨੂੰ ਪਤਾ ਹੈ, ਰਾਤ ਕਈ ਵਾਰੀ 2-2 ਰਾਤਾਂ ਵੀ ਬਰਾਤਾਂ ਰਹਿੰਦੀਆਂ ਹੁੰਦੀਆਂ ਸੀ। ਕਿਤੇ ਦੂਰ ਗਈ ਬਰਾਤ 2-2 ਰਾਤਾਂ ਵੀ ਰਹਿੰਦੇ। ਰਾਤ ਨੂੰ ਬਰਾਤ ਗਈ, ਟਕਾ ਹੋਇਆ, ਆਰਾਮ ਕੀਤਾ, ਅੰਮ੍ਰਿਤ ਵੇਲਾ ਹੋਇਆ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੇ ਸੁੱਚੇ ਮੂੰਹ ਆਨੰਦ ਕਾਰਜ ਸ਼ੁਰੂ ਹੋ ਗਏ। ਅੰਮ੍ਰਿਤ ਵੇਲੇ ਆਨੰਦ ਕਾਰਜ ਦੀ ਰਸਮ ਜਿੰਨੀ ਅੰਮ੍ਰਿਤ ਵੇਲੇ ਹੋਏਗੀ ਨਾ, ਉਹਨਾਂ ਚਿਰ ਸੁਖਦਾਈ ਰਹੇਗਾ ਜੀਵਨ। ਕਿਉਂਕਿ ਮਰਜ਼ਾਦਾ ਵਿੱਚ ਤੇ ਧਰਮ ਵਿੱਚ ਸੁੱਖ ਹੈ। ਅੱਜ ਅਸੀਂ ਦੁਖੀ ਕਿਉਂ ਆ? ਕਿਉਂਕਿ ਧਰਮ ਛੱਡ ਦਿੱਤਾ, ਮਰਜ਼ਾਦਾ ਛੱਡ ਦਿੱਤੀ, ਕਾਨੂੰਨ ਛੱਡ ਦਿੱਤਾ। ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸੀ, ਫਿਰ ਪੰਗਤਾਂ 'ਚ ਲੱਗ ਕੇ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਸੀ, ਚਾਹ ਪਾਣੀ। ਆ ਹੁਣ ਤਾਂ ਥੋੜ੍ਹੀ ਜਿਹੀ ਗੁਰੂ ਦੀ ਕਿਰਪਾ ਹੋ ਗਈ, ਪਹਿਲਾਂ ਛਕਣ ਲੱਗ ਗਏ, ਨਹੀਂ ਤਾਂ ਪਹਿਲਾਂ ਬਰਾਤਾਂ ਤੋਂ ਪਹਿਲਾਂ ਛਕਣ ਹੀ ਨਹੀਂ ਸੀ ਦਿੰਦੇ ਹੁੰਦੇ। ਕਹਿੰਦੇ ਵੀ ਬਰਾਤ ਆਏਗੀ ਪਹਿਲਾਂ ਉਹ ਛਕੇਗੀ, ਵੀ ਦੇਵਤੇ ਨੇ ਉਹ ਜਿਹੜੇ ਉੱਤੋਂ ਉਤਰਨਗੇ, ਤੁਸੀਂ ਛਕ ਲਓ, ਜਦੋਂ ਉਹ ਆਉਣਗੇ ਉਹ ਵੀ ਛਕ ਲੈਣਗੇ। ਨਹੀਂ, ਕਹਿੰਦੇ ਪਹਿਲਾਂ ਬਰਾਤ ਆਏਗੀ। ਪਹਿਲਾਂ ਬਰਾਤ ਆ ਕੇ ਛਕਦੀ ਸੀ, ਫਿਰ ਉਹਦਾ ਜੂਠਾ ਮੂਠਾ ਜਿਹੜਾ ਸੀ
ਵਿੱਚ ਪਾ ਦਿੰਦੇ ਸੀ ਸਾਰਾ ਇਕੱਠਾ ਕਰਕੇ, ਉਹ ਫਿਰ ਭਾਈ ਛਕਦੇ ਸੀ, ਤੇ ਜਿਹੜਾ ਸਾਰਿਆਂ ਭਾਈਆਂ ਦਾ ਜੂਠਾ ਹੁੰਦਾ ਸੀ ਉਹ ਮਾਈਆਂ ਅੱਗੇ ਧਰ ਦਿੰਦੇ ਸੀ। ਹੁਣ ਤੁਹਾਡੀ ਵਾਰੀ ਹੈ ਭਾਈ, ਤੁਸੀਂ ਲਾ ਲਓ ਭੋਗ। ਇਹ ਮਰਜ਼ਾਦਾ ਕਿਤੇ? ਮਰਜ਼ਾਦਾ ਸਾਡੀ ਸੀ ਪੰਗਤਾਂ ਵਿੱਚ ਵਰਤਾਉਣਾ, ਪਰ ਹੁਣ ਮਾਇਆ ਦਾ ਗਲਵਾ ਹੀ ਇੰਨਾ ਪੈ ਗਿਆ, ਕਹਿੰਦੇ ਨੱਕ ਨਹੀਂ ਰਹਿੰਦਾ ਹੈ ਸਾਡਾ, ਨੱਕ ਨਹੀਂ ਰਹਿੰਦਾ ਹੈ। ਜੇ ਅਸੀਂ ਮੇਜ਼ ਨਾ ਲਾਏ, ਡੰਗਰਾਂ ਵਾਂਗੂ ਖੜ ਕੇ ਨਾ ਖਾਦਾ ਨਾ ਖਵਾਇਆ, ਤੇ ਨੱਕ ਹੀ ਨਹੀਂ ਰਹਿਣਾ। ਲੋਕ ਕਹਿਣਗੇ ਸਰਦਾਰ ਥੋੜੀ ਹੈ, ਇਹਨੇ ਤਾਂ ਮੇਜ਼ ਵੀ ਨਹੀਂ ਲਾਏ। ਖੜ ਕੇ ਖਾਂਦਾ ਕੌਣ ਹੈ? ਕਦੇ ਬੰਦਾ ਖੜ ਕੇ ਖਾਂਦਾ ਦੇਖਿਆ? ਨਹੀਂ, ਬੰਦਾ ਨਹੀਂ ਖਾਂਦਾ ਹੈ। ਬੰਦਾ ਤਾਂ ਬਹਿ ਕੇ ਚੌਂਕੜੀ ਮਾਰ ਕੇ ਭੋਜਨ ਅੱਗੇ ਰੱਖ ਕੇ ਅਰਦਾਸ ਕਰਕੇ ਸ਼ੁਕਰਾਨਾ ਕਰਕੇ ਗੁਰੂ ਦਾ ਫਿਰ ਛਕਣਾ ਸ਼ੁਰੂ ਕਰਦਾ। ਧੰਨਵਾਦ ਹੈ ਸੱਚੇ ਪਾਤਸ਼ਾਹ ਤੇਰਾ, ਤੂੰ ਦਿੱਤਾ, ਅਸੀਂ ਖਾ ਰਹੇ ਹਾਂ, ਤੇਰਾ ਧੰਨਵਾਦ ਹੈ। ਸ਼ੁਕਰਾਨਾ ਕਰਨ ਤੋਂ ਬਾਅਦ ਫਿਰ ਛਕਦਾ। ਇਸ ਕਰਕੇ ਅੰਮ੍ਰਿਤ ਵੇਲਾ ਸੀ, ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ। 2 ਲਾਵਾਂ ਹੋ ਗਈਆਂ। ਉਹ ਗੁਰਸਿੱਖ ਉੱਠਿਆ, ਜਾ ਕੇ ਉਹ ਪੱਤਰਕਾ ਫੜਾ ਦਿੱਤੀ, ਪੜ੍ਹੀ। ਗੁਰੂ ਦਾ ਹੁਕਮ ਹੈ, ਜਦੋਂ ਵੀ ਪੱਤਰਕਾ ਮਿਲ ਜਾਏ ਭਾਈ ਜੋਗਾ ਸਿੰਘ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦੇਣੇ। ਹੁਣ ਮਨ 'ਚ ਸੋਚਦਾ, ਮੈਂ ਬਚਨ ਕੀਤਾ ਸੀ ਮੈਂ ਤੁਹਾਡੇ ਜੋਗਾ, ਅੱਜ ਕਸਵੱਟੀ ਦਾ ਦਿਨ ਹੈ। ਹੁਣ ਦੁਨੀਆ ਜੋਗਾ ਜਾਂ ਗੁਰੂ ਜੋਗਾ? ਇਹ ਗੁਰੂ ਨੇ ਪਰਖਣ ਵਾਸਤੇ ਮੇਰੇ ਤੇ ਕਸਵੱਟੀ ਲਾਈ ਹੈ। ਖੜਾ ਹੋ ਗਿਆ ਉੱਠ ਕੇ, ਰਿਸ਼ਤੇਦਾਰ ਅੱਗੇ ਹੋ ਕੇ ਰੋਕਦੇ ਨੇ, ਜੋਗਾ ਸਿੰਘ 2 ਲਾਵਾਂ ਰਹਿੰਦੀਆਂ, ਕਹਿੰਦੇ ਮੇਰੇ ਪੱਲੇ ਨਾਲ ਪੂਰੀਆਂ ਕਰ ਲਓ, ਪਰ ਮੈਨੂੰ ਗੁਰੂ ਦਾ ਹੁਕਮ ਆ ਗਿਆ। ਤੇ ਰਿਸ਼ਤੇਦਾਰਾਂ ਦਾ ਅਖੀਰਲਾ ਹਥਿਆਰ ਹੁੰਦਾ, ਜੇ ਤੂੰ ਨਾ ਮੰਨੀ ਨਾ, ਅਸੀਂ ਨਾਰਾਜ਼ ਹੋ ਜਾਾਂਗੇ ਤੇਰੇ ਨਾਲ, ਬੋਲਣਾ ਨਹੀਂ ਹੈ ਤੇਰੇ ਨਾਲ, ਵਰਤੋਂ ਭਾਜੀ ਬੰਦ ਕਰ ਦਿਆਂਗੇ। ਭਾਈ ਜੋਗਾ ਸਿੰਘ ਨੂੰ ਵੀ ਇਹੀ ਕਿਹਾ ਸਾਰਿਆਂ ਨੇ, ਵੀ ਜੇ ਤੂੰ ਗੱਲ ਨਾ ਮੰਨੀ, ਵਰਤੋਂ ਭਾਜੀ ਬੰਦ ਹੋ ਜੂ ਤੇਰੀ। ਭਾਈ ਜੋਗਾ ਸਿੰਘ 2 ਹੱਥ ਜੋੜ ਕੇ ਕਹਿਣ ਲੱਗਾ, ਤੁਹਾਡੀ ਪਰਵਾਹ ਨਹੀਂ ਹੈ ਮੈਨੂੰ। ਦੁਨੀਆ ਅੱਜ ਰੁੱਸ ਜੇਗੀ ਨਾ, ਕੱਲ ਨੂੰ 4 ਕੁ ਟਕੇ ਦਿਖਾਇਓ, ਦੁਨੀਆ ਤਾਂ ਮੰਗਰ ਮੰਗਰ ਭੱਜੀ ਫਿਰੇਗੀ। ਪਰ ਜੇ ਮੇਰਾ ਗੁਰੂ ਰੁੱਸ ਗਿਆ, ਮੇਰਾ ਗੁਰੂ ਨਹੀਂ ਮੰਨੇਗਾ। ਜੇ ਗੁਰੂ ਤੋਂ ਮੈਂ ਬੇਮੁਖ ਹੋ ਗਿਆ ਨਾ, ਮੈਨੂੰ ਢੋਈ ਨਹੀਂ ਮਿਲੇਗੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਭਾਈ ਜੋਗਾ ਸਿੰਘ ਉਹਨਾਂ ਰਿਸ਼ਤੇਦਾਰਾਂ ਨੂੰ ਅੱਗੋਂ ਇਹ ਜਵਾਬ ਦਿੰਦਾ ਹੈ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਆਪਣੇ ਰਿਸ਼ਤੇਦਾਰਾਂ ਨੂੰ ਭਾਈ ਜੋਗਾ ਸਿੰਘ ਕਹਿੰਦਾ, ਰਿਸ਼ਤੇਦਾਰ ਰੁੱਸ ਜਾਣਗੇ ਤਾਂ ਕੋਈ ਗੱਲ ਨਹੀਂ, ਜੇ ਸਾਰਾ ਸੰਸਾਰ ਵੀ ਰੁੱਸ ਜਾਏ ਮੈਨੂੰ ਪਰਵਾਹ ਨਹੀਂ, ਪਰ ਮੇਰਾ ਕਲਗੀਆਂ ਵਾਲਾ ਗੁਰੂ ਨਹੀਂ ਰੁੱਸਣਾ ਚਾਹੀਦਾ। ਘੋੜੇ ਤੇ ਸਵਾਰ ਹੋਇਆ, ਪੈਂਡੇ ਨੂੰ ਤੈਅ ਕਰਦਾ ਸ਼ਾਮ ਦਾ ਸਮਾਂ ਹੁਸ਼ਿਆਰਪੁਰ ਪਹੁੰਚਿਆ।
ਇੱਥੇ ਇੱਕ ਬਾਜ਼ਾਰ ਹੈ, ਧਰਮਪੁਰਾ ਬਾਜ਼ਾਰ ਨਾਮ ਹੈ, ਪਰ ਲੋਕਾਂ ਦੇ ਧਰਮ ਭ੍ਰਸ਼ਟ ਕੀਤੇ ਜਾਂਦੇ ਆ। ਬੇਸਵਾ ਬਾਜ਼ਾਰ। ਗੁਰੂ ਨੇ ਇੱਕ ਕਸਵੱਟੀ ਹੋਰ ਲਾ ਕੇ ਪਰਖਣਾ ਚਾਹਿਆ। ਬਾਜ਼ਾਰ ਵਿੱਚੋਂ ਦੀ ਲੰਘ ਰਿਹਾ, ਦੇਖਿਆ, ਮਨ ਮੈਲਾ ਹੋ ਗਿਆ। ਮਨ ਵਿੱਚ ਸੋਚਦਾ ਰਾਤ ਨੂੰ ਇਸ ਬਾਜ਼ਾਰ ਵਿੱਚ ਆਵਾਂਗੇ। ਹੁਣ ਗੁਰੂ ਨੇ ਕਸਵੱਟੀ ਲਾ ਕੇ ਪਰਖਣਾ, ਜਿਹੜਾ ਆਪਣੀ ਲਾਮ ਛੱਡ ਕੇ ਆ ਗਿਆ ਉਹ ਬੇਸਵਾਗਾਮੀ ਨਹੀਂ ਹੋ ਸਕਦਾ। ਜਿਹੜਾ ਵਿੱਚ ਵਿਚਾਲੇ ਆਪਣੀਆਂ ਲਾਵਾਂ ਛੱਡ ਕੇ ਕਦੇ ਉਹ ਸਿੱਖ ਬੇਸਵਾਗਾਮੀ ਹੋ ਸਕਦਾ ਹੈ? ਪਰ ਇਹ ਗੁਰੂ ਦੀ ਕਸਵੱਟੀ ਹੈ। ਗੁਰੂ ਪਰਖਣਾ ਚਾਹੁੰਦਾ ਹੈ। ਹੱਥ ਵੀ ਆਪ ਹੀ ਰੱਖਦਾ ਹੈ ਤੇ ਪਰਖਦਾ ਵੀ ਆਪ ਹੀ ਹੈ। ਹੁਣ ਜਦੋਂ ਰਾਤ ਦਾ ਸਮਾਂ ਹੋਇਆ, ਉੱਥੇ ਪਹੁੰਚਿਆ, ਅੱਗੇ ਪਹਿਰੇਦਾਰ ਖੜਾ ਹੈ, ਮੁੜ ਆਇਆ। ਤੀਸਰੀ ਵਾਰੀ ਗਿਆ, ਅੰਮ੍ਰਿਤ ਵੇਲਾ ਹੋ ਗਿਆ। ਜਿਹੜਾ ਪਹਿਰੇਦਾਰ ਕਿਹਾ ਖੜਾ ਸੀ ਨਾ, ਉਹਨੇ ਇੱਕ ਮਿਹਣਾ ਮਾਰਿਆ, ਕਹਿੰਦੇ ਸਿੱਖਾ, ਲੱਗਦਾ ਗੁਰੂ ਦਾ ਗੁਰਸਿੱਖ ਹੈ, ਬਾਣਾ ਗੁਰੂ ਵਾਲਾ ਹੈ, ਰਹਿਤ ਉਹਦੇ ਵਾਲੀ ਹੈ, ਗੁਰੂ ਵਾਲੀ, ਪਰ ਫਿਰਦਾ ਬੇਸਵਾ ਦੇ ਬਾਜ਼ਾਰਾਂ ਵਿੱਚ। ਪੰਜੇ ਕੱਕੇ ਧਾਰ ਕੇ ਕੂੜ ਬਣਾਇਆ ਠਾਠ, ਜਾ ਸਿੱਖਾ ਘਰ ਆਪਣੇ ਕਰ ਬਾਣੀ ਦਾ ਪਾਠ। ਉਹ ਆਹ ਸਮਾਂ ਤਾਂ ਬਾਣੀ ਪੜ੍ਹਨ ਦਾ ਗੁਰਸਿੱਖਾਂ ਦਾ। ਅੰਮ੍ਰਿਤ ਵੇਲਾ, ਇਸ ਵੇਲੇ ਤਾਂ ਇਸ਼ਨਾਨ ਕਰਕੇ ਆਪਣੇ ਸੁਰਤ ਨੂੰ ਸ਼ਬਦ ਨਾਲ ਜੋੜਦੇ ਆ ਗੁਰਸਿੱਖ। ਜਦੋਂ ਇਹ ਮਿਹਣਾ ਮਾਰਿਆ, ਗਿਆਨ ਦਾ ਪਰਦਾ ਲੈ ਗਿਆ। ਗਿਆ ਖੂਹ ਤੇ ਇਸ਼ਨਾਨ ਕੀਤਾ, ਘੋੜੇ ਤੇ ਸਵਾਰ ਹੋਇਆ, ਅਨੰਦਪੁਰ ਸਾਹਿਬ ਪਹੁੰਚ ਗਿਆ। ਸੱਚੇ ਪਾਤਸ਼ਾਹ ਜਾਣ ਕੇ ਊਂਘ ਰਹੇ ਨੇ। ਇਉਂ ਪ੍ਰਤੀਤ ਹੁੰਦਾ ਜਿਵੇਂ ਰਾਤ ਨੂੰ ਆਰਾਮ ਨਹੀਂ ਕੀਤਾ ਹੈ। ਜਾ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਸੱਚਾ ਪਾਤਸ਼ਾਹ ਆਰਾਮ ਨਹੀਂ ਕੀਤਾ। ਸਾਹਿਬ ਕਹਿਣ ਲੱਗੇ, ਜਿਹੜੇ ਸਾਡੇ ਬਣ ਜਾਂਦੇ ਆ ਨਾ, ਕਈ ਵਾਰੀ ਉਹਨਾਂ ਵਾਸਤੇ ਸਾਰੀ ਸਾਰੀ ਰਾਤ ਪਹਿਰਾ ਦੇਣਾ ਪੈਂਦਾ ਹੈ। ਜਿਹੜੇ ਸਾਡੇ ਬਣ ਜਾਂਦੇ ਆ, ਕਿਉਂਕਿ ਗੁਰੂ ਨੇ ਵੀ ਬਚਨ ਕੀਤਾ ਸੀ ਨਾ, ਵੀ ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ। ਸਮਝ ਗਿਆ ਪਹਿਰੇਦਾਰ ਹੋਰ ਨਹੀਂ ਸੀ, ਮਹਾਰਾਜ ਦਾ ਆਪਣਾ ਕੌਤਕ ਸੀ ਕੋਈ। ਚਰਨਾਂ ਤੇ ਢਹਿ ਪਿਆ, ਸੱਚਿਆ ਪਾਤਸ਼ਾਹ ਕਿਰਪਾ ਕੀਤੀ, ਤੁਸੀਂ ਮੈਨੂੰ ਨਰਕ ਤੋਂ ਬਚਾ ਲਿਆ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਜੋਗਾ ਸਿੰਘ ਤੂੰ ਬਣਿਆ ਹੋਇਆ ਸੀ, ਜੇ ਤੂੰ ਬਣਿਆ ਹੁੰਦਾ ਨਾ ਕਿਸੇ ਦਾ, ਤੈਨੂੰ ਅੱਜ ਨਰਕ ਦੀ ਭੱਠੀ ਤੋਂ ਬਚਾ ਨਹੀਂ ਸੀ ਸਕਦਾ ਕੋਈ। ਕਰਮ ਕਰਨ ਤੋਂ ਬਾਅਦ ਨਰਕ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਤੈਨੂੰ ਬਚਾ ਨਹੀਂ ਸੀ ਸਕਦਾ ਇਸ ਨਰਕ ਤੋਂ, ਪਰ ਤੂੰ ਕਿਸੇ ਦਾ ਬਣਿਆ ਸੀ, ਉਹਨੂੰ ਲਾਜ ਸੀ ਵੀ ਮੇਰਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ। ਜਿਹਦਾ ਬਣਿਆ ਹੁੰਦਾ ਨਾ ਕੋਈ, ਉਹਨੂੰ ਲਾਜ ਹੁੰਦੀ ਹੈ ਵੀ ਇਹਦਾ ਕੰਮ ਨਾ ਹੋਇਆ, ਲੋਕ ਮੈਨੂੰ ਉਲਾਮਾ ਦੇਣਗੇ। ਇਸ ਕਰਕੇ ਗੁਰੂ ਦੇ ਕਾਰਜ ਕਰਦਾ ਹੈ, ਹੁਣ ਵੀ ਕਰਦਾ, ਅੱਗੇ ਤੋਂ ਵੀ ਕਰੇਗਾ। ਜੋਗਾ ਸਿੰਘ ਨੂੰ ਕਹਿਣ ਲੱਗੇ, ਜੋਗਾ ਸਿੰਘ ਤੇਰੇ ਇਕੱਲੇ ਦੀ ਗੱਲ ਨਹੀਂ, ਜਿਹੜਾ ਵੀ ਗੁਰਸਿੱਖ ਮੇਰਾ ਹੁਕਮ ਮੰਨੇਗਾ ਨਾ, ਰਹਿਤ ਮਰਜ਼ਾਦਾ ਦਾ ਧਾਰਨੀ ਹੋਏਗਾ, ਰਹਿਤ ਮਰਜ਼ਾਦਾ ਤੇ ਚੱਲੇਗਾ, ਬਾਣੀ ਪੜ੍ਹੇਗਾ, ਧਰਮ ਦੀ ਕਿਰਤ ਕਰੇਗਾ, ਮੈਂ ਉਹਦਾ ਇੱਥੇ ਲੋਕ ਵਿੱਚ ਤੇ ਪਰਲੋਕ ਵਿੱਚ ਪਹਿਰੇਦਾਰ ਬਣ ਕੇ ਉਹਦੀ ਰਾਖੀ ਕਰਾਂਗਾ। ਤੇ ਕਰਦਾ ਆਇਆ, ਕੋਈ ਅਨਸੁਣੀ ਗੱਲ ਨਹੀਂ ਹੈ, ਹੁਣ ਵੀ ਕਰਦਾ ਗੁਰਸਿੱਖਾਂ ਨੂੰ। ਜਿਹੜੇ ਭਾਵਨਾ ਰੱਖਦੇ ਆ ਨਾ ਪਿਆਰਿਓ, ਅੱਜ ਵੀ ਉਹਨਾਂ ਦੀ ਰਾਖੀ ਕਰਦਾ ਹੈ। ਨਾ ਗੁਰੂ ਵਿੱਚ ਤਾਕਤ ਘਟੀ ਹੈ, ਨਾ ਸਿੱਖਾਂ ਦੀ ਸ਼ਰਧਾ ਵਿੱਚ। ਜੇ ਘਾਟ ਹੈ ਤਾਂ ਸਾਡੀ ਅੱਜ ਭਾਵਨਾ ਵਿੱਚ ਘਾਟ ਆ ਗਈ, ਗੁਰੂ ਵਿੱਚ ਘਾਟ ਨਹੀਂ। ਗੁਰੂ ਉਦੋਂ ਵੀ ਸਮਰੱਥ ਸੀ, ਗੁਰੂ ਹੁਣ ਵੀ ਸਮਰੱਥ ਹੈ। ਗੁਰੂ ਉਦੋਂ ਵੀ ਅੰਤਰਜਾਮੀ ਸੀ, ਗੁਰੂ ਹੁਣ ਵੀ ਅੰਤਰਜਾਮੀ ਹੈ, ਹੁਣ ਵੀ ਜਾਣਦਾ ਹੈ। ਇਸ ਕਰਕੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਨਾ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜਦੋਂ ਆਪਾਂ ਉਹਦੇ ਬਣ ਜਾਵਾਂਗੇ, ਫਿਰ ਉਹ ਆਪਣਾ ਬਣ ਜਾਏਗਾ। ਫਿਰ ਲੋਕ ਤੇ ਪਰਲੋਕ ਵਿੱਚ ਸਾਡੀ ਰਾਖੀ ਕਰਕੇ ਸਾਡਾ ਮਨੁੱਖਾ ਜਨਮ ਧਾਰਿਆ ਉਹ ਸਫਲਾ ਕਰ ਦੇਗਾ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਸੁਆਓ। ਸਮਾਂ ਹੋ ਗਿਆ, ਕਿਸੇ ਦੀ ਲਿਹਾਜ਼ ਨਹੀਂ ਕਰਦਾ ਸਮਾਂ। ਮਹਾਂਪੁਰਸ਼ਾਂ ਦਾ ਸਮਾਂ ਰੱਖਿਆ ਹੋਇਆ ਹੈ। ਪਹਿਲਾਂ ਹਰ ਇੱਕ ਪੂਰਨਮਾਸ਼ੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਅੰਮ੍ਰਿਤ ਛਕਾਇਆ ਜਾਂਦਾ ਹੈ। ਉਸ ਤੋਂ ਬਾਅਦ
11:30 ਵਜੇ ਤੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਕਥਾ ਕੀਰਤਨ ਵਿਚਾਰਾਂ ਹੁੰਦੀਆਂ ਨੇ। ਜਦੋਂ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਇੱਥੇ ਹੁੰਦੇ ਨੇ, ਆਪ ਕੀਰਤਨ ਕਰਦੇ ਹੈ। ਪਰ ਜਿੱਥੇ ਆਪਣਾ ਪ੍ਰੇਮ ਹੈ, ਉੱਥੇ ਵਿਦੇਸ਼ ਵਿੱਚ ਵੀ ਤੁਹਾਡੇ ਹੀ ਬੱਚੇ ਗਏ ਹੋਏ ਨੇ, ਉੱਥੇ ਵੀ ਓਨਾ ਹੀ ਪ੍ਰੇਮ ਹੈ ਉਹਨਾਂ ਦਾ। ਉਹ ਵੀ ਚਾਹੁੰਦੇ ਨੇ ਵੀ ਕੋਈ ਸਾਲ ਬਾਅਦ ਆ ਕੇ ਸਾਨੂੰ ਵੀ ਸੰਗਤ ਪ੍ਰਾਪਤ ਹੋਵੇ ਕਿਸੇ ਗੁਰਸਿੱਖਾਂ ਦੀ, ਸਤਿਪੁਰਸ਼ਾਂ ਦੀ। ਅਸੀਂ ਵੀ ਬਾਣੀ ਨਾਲ ਜੁੜੀਏ, ਬਾਣੇ ਨਾਲ ਜੁੜੀਏ, ਕਿਉਂਕਿ ਸੁਣ ਕੇ ਹੀ ਮਨ ਦੇ ਵਿੱਚ ਚਾਅ ਪੈਦਾ ਹੁੰਦਾ ਹੈ। ਜਦੋਂ ਮਹਾਂਪੁਰਸ਼ ਕਥਾ ਕੀਰਤਨ ਕਰਦੇ ਨੇ, ਸੁਣਨ ਤੋਂ ਬਾਅਦ ਫਿਰ ਅੰਦਰ ਚਾਅ ਪੈਦਾ ਹੁੰਦਾ ਹੈ, ਫਿਰ ਉਹ ਗੁਰੂ ਨਾਲ ਜੁੜਦੇ ਨੇ, ਬਾਣੀ ਪੜ੍ਹਦੇ। ਹੁਣ ਉਹ ਕੈਨੇਡਾ ਦੀ ਧਰਤੀ 'ਤੇ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਗਏ ਹੋਏ ਹੈ। ਉਹਨਾਂ ਨੇ 9 ਜਾਂ 10 ਅਗਸਤ ਨੂੰ ਇੱਥੇ ਆਉਣਾ ਹੈ। ਇਸ ਕਰਕੇ ਉਹਨਾਂ ਦੀ ਥਾਂ 'ਤੇ ਫਿਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਸਮੇਂ ਨੂੰ ਸਫਲਾ ਅਤੇ ਪਵਿੱਤਰ ਕੀਤਾ ਹੈ। ਮਹਾਂਪੁਰਸ਼ਾਂ ਦੇ ਹੁੰਦਿਆਂ ਉਹਨਾਂ ਦੀ ਡਿਊਟੀ ਸੀ, ਜਦੋਂ ਇੱਥੇ ਦੇਸ਼ ਵਿੱਚ ਹੁੰਦੇ ਹੈ, ਫਿਰ ਕਿਤੇ ਵੀ ਦੀਵਾਨ ਹੋਣ, ਪਰ ਪੂਰਨਮਾਸ਼ੀ ਦਾ ਦੀਵਾਨ ਨਹੀਂ ਖਜਾਉਂਦੇ। ਪੂਰਨਮਾਸ਼ੀ ਤਾਂ ਲਾਉਂਦੇ ਹੀ ਨੇ ਆ ਕੇ, ਜੇ ਸਰੀਰ ਠੀਕ ਹੋਵੇ। ਇਸ ਕਰਕੇ ਪਰ ਜਦੋਂ ਵਿਦੇਸ਼ ਵਿੱਚ ਹੁੰਦੇ ਹੈ, ਫਿਰ ਏਡੀ ਦੂਰ ਤੋਂ ਆਉਣਾ ਔਖਾ ਹੈ। ਇਸ ਕਰਕੇ ਉਹਨਾਂ ਦੀ ਹਾਜ਼ਰੀ ਵੀ ਆਪ ਜੀ ਨੇ ਪ੍ਰਵਾਨ ਕਰਨੀ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਹ ਸਾਰਾ ਕੁਛ ਹੈ। ਅਤੇ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਾਰਾ ਕੁਝ ਚੱਲਦਾ ਹੈ। ਉਹਨਾਂ ਦੀ ਕਿਰਪਾ ਦਾ ਸਦਕਾ ਇਹ ਸਾਰਾ ਕੁਛ ਹੈ। ਧੰਨਵਾਦ ਉਹਨਾਂ ਦਾ, ਗੁਰੂ ਦੀਆਂ ਸੰਗਤਾਂ ਦਾ ਧੰਨਵਾਦ, ਸੰਤ ਬਾਬਾ ਨਾਮਦੇਵ ਸਿੰਘ ਜੀ ਦਾ, ਬਾਬਾ ਵਿਸਾਖਾ ਸਿੰਘ ਜੀ ਦਾ, ਹੋਰ ਜਿੰਨੇ ਵੀ ਗੁਰਮੁਖ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿਹੜੇ ਸਮੇਂ 'ਚੋਂ ਸਮਾਂ ਕੱਢ ਕੇ ਜਿਨ੍ਹਾਂ ਤੋਂ ਕੁਝ ਸਿੱਖਿਆ ਹੋਵੇ, ਉਹਨਾਂ ਦੇ ਦਰ 'ਤੇ ਹਾਜ਼ਰੀ ਲਵਾਉਣੀ, ਇਹ ਵੀ ਬੜੀ ਵੱਡੀ ਗੱਲ ਹੈ। ਇਸ ਕਰਕੇ ਸਾਰੇ ਗੁਰਮੁਖਾਂ ਦਾ, ਗੁਰੂ ਸੰਗਤ ਦਾ, ਸਤਿਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ ਹੈ ਜੀ। ਫਿਰ ਸਤਿਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕਰਨਾ ਹੈ। ਸੋ ਬਾਬਾ ਗੁਰਮੀਤ ਸਿੰਘ ਜੀ, ਜਿਹੜੇ ਉਹਨਾਂ ਦੇ ਹੁੰਦਿਆਂ ਵੀ ਹੈੱਡ ਗ੍ਰੰਥੀ ਸੀ ਇੱਥੇ, ਹੁਣ ਡਿਊਟੀ ਉਹਨਾਂ ਦੀ ਹੱਲੇ ਹੈ, ਉਹ ਵੀ ਆ ਕੇ ਉਹਨਾਂ ਦੀ ਹੁਕਮਨਾਮਾ ਸਾਹਿਬ ਦੀ ਡਿਊਟੀ ਲਾਈ ਸੀ ਮਹਾਂਪੁਰਸ਼ਾਂ ਨੇ, ਅਤੇ ਉਹ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਨੇ। ਉਹਨਾਂ ਦਾ ਵੀ ਧੰਨਵਾਦ। ਹੁਕਮਨਾਮਾ ਸੁਣਨ ਤੋਂ ਬਾਅਦ ਪਹਿਲਾਂ ਸਤਿਗੁਰੂ ਮਹਾਰਾਜ ਜਾਣਗੇ ਜਿਹੜਾ ਅਗਲਾ ਪ੍ਰੋਗਰਾਮ ਪੂਰਨਮਾਸ਼ੀ ਦਾ ਹੋਏਗਾ ਜਾਂ ਕੋਈ ਹੋਰ ਸਮਾਗਮ ਹੋਏਗਾ, ਉਹ ਆਪ ਜੀ ਨੂੰ ਬਾਬਾ ਗੁਰਸੇਵਕ ਸਿੰਘ ਜੀ ਦੱਸ ਦੇਣਗੇ। ਸੋ ਹੁਕਮਨਾਮੇ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਆਪਣੇ ਨਿਜ ਆਸਣ ਨੂੰ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ, ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਖੁਸ਼ੀ ਅਤੇ ਸਤਿਪੁਰਸ਼ਾਂ ਦੀ ਖੁਸ਼ੀ ਲੈ ਕੇ ਆਪਣੇ ਘਰਾਂ ਨੂੰ ਜਾਣਾ ਹੈ। ਆਪਣੇ ਸਮੇਂ ਨੂੰ ਇਸੇ ਤਰ੍ਹਾਂ ਸਫਲਿਆਂ ਕਰਦਿਆਂ ਰਹਿਣਾ ਕਰਨਾ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।